ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ ਐਪੀਸੋਡ ਨੰਬਰ 34 ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪਿਛਲੀ ਵਾਰ ਅਸੀਂ ਕੁਆਂਟਮ ਹੀਲਿੰਗ ਨੂੰ ਲੈ ਕੇ ਕੁਝ ਚੀਜ਼ਾਂ ਜਿਹੜੀਆਂ ਡਾਕਟਰ ਸਾਹਿਬ ਨੇ ਤੁਹਾਡੇ ਸਾਹਮਣੇ ਰੱਖੀਆਂ ਸੀਗੀਆਂ ਬੜੀਆਂ ਪਸੰਦ ਕੀਤੀਆਂ ਗਈਆਂ। ਇਸ ਵਾਰ ਫੇਰ ਅਸੀਂ ਉਸੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਮੈਡੀਟੇਸ਼ਨ ਪਲੱਸ ਜਿਹੜਾ ਸਟਰੈਚਿੰਗ ਐਕਸਰਸਾਈਜ਼ ਇਸ ਚੀਜ਼ ਨੂੰ ਇਹਦਾ ਡੈਮੋ ਕਰਕੇ ਡਾਕਟਰ ਸਾਹਿਬ ਦਿਖਾਉਣ ਵਾਲੇ ਨੇ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਰ। ਡਾਕਟਰ ਸਾਹਿਬ ਪਿਛਲੀ ਵਾਰ ਆਪਾਂ ਕੁਆਂਟਮ ਹੀਲਿੰਗ ਦੇ ਸਬਜੈਕਟ ਨੂੰ ਬੜੇ ਬਾਖੂਬੀ ਤੁਸੀਂ ਜਿਹੜਾ ਪਬਲਿਕ ਤੱਕ ਪਹੁੰਚਾਇਆ ਅਤੇ ਇੱਕ ਜਿਸ ਤਰ੍ਹਾਂ ਕਹਿ ਸਕਦੇ ਆ ਵੀ ਰੂਹਾਨੀ ਤਰੀਕੇ ਦੇ ਨਾਲ ਪਬਲਿਕ ਦੇ ਜਿਹੜਾ ਉਹ ਲਿਖਾਇਆ ਬੜਾ ਪਸੰਦ ਕੀਤਾ ਗਿਆ ਲੋਕਾਂ ਨੇ। ਤੁਸੀਂ ਵਾਅਦਾ ਕੀਤਾ ਸੀ ਵੀ ਆਪਾਂ ਇਸ ਨੂੰ ਡੈਮੋ ਕਰਕੇ ਵੀ ਵਿਖਾਵਾਂਗੇ ਅਤੇ ਰੈਡੀ ਹੋ ਅੱਜ? ਹਾਂਜੀ ਹਾਂਜੀ ਬਿਲਕੁਲ, ਆਪਾਂ ਡੈਮੋ ਕਰਕੇ ਦਿਖਾਵਾਂਗੇ ਇਹਨਾਂ ਨੂੰ। ਬਸ ਆਪਾਂ ਕਨੈਕਟ ਕਰ ਲਈ ਬਹੁਤ ਕੁਇੱਕ ਆਪਾਂ ਕਨੈਕਟ ਕਰ ਲਈਏ ਪੁਰਾਣੀ ਗੱਲ ਨਾਲ। ਆਪਾਂ ਹੁਣ ਤੱਕ ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਮੈਡੀਟੇਸ਼ਨ ਹੈ ਜਿਹਨੂੰ ਆਪਾਂ ਆਮ ਭਾਸ਼ਾ 'ਚ ਧਿਆਨ ਯੋਗ ਕਹਿੰਦੇ ਹਾਂ ਜਾਂ ਮੈਡੀਟੇਸ਼ਨ ਕਹਿੰਦੇ ਹਾਂ, ਉਹ ਕੀ ਹੁੰਦੀ ਹੈ, ਉਹਦੀ ਡੈਫੀਨੇਸ਼ਨ ਕੀ ਹੈ। ਡੈਫੀਨੇਸ਼ਨ ਉਹਦੀ ਹੈ ਕਿ ਜੋ ਬਾਹਰਲੀ ਦੁਨੀਆ ਤੋਂ ਅੰਦਰਲੀ ਦੁਨੀਆ 'ਚ ਜਾਂਦੇ ਹੋ ਤੁਸੀਂ ਤਾਂ ਉਹਨੂੰ ਮੈਡੀਟੇਸ਼ਨ ਕਹਿੰਦੇ ਆ। ਇੱਕ ਤੁਹਾਡੇ ਇੱਕ ਦੁਨੀਆ ਬਾਹਰ ਹੁੰਦੀ ਹੈ ਜਿਹੜੀ ਤੁਹਾਡੇ ਬਾਹਰ ਵਸਦੀ ਹੈ, ਇੱਕ ਦੁਨੀਆ ਤੁਹਾਡੇ ਅੰਦਰ ਹੁੰਦੀ ਹੈ ਜਿਹੜੀ ਕਿ ਵਿਚਾਰਾਂ ਦੀ ਦੁਨੀਆ, ਥਾਟਸ ਦੀ ਦੁਨੀਆ, ਜਿਹਦੇ ਵਿੱਚ ਤੁਸੀਂ ਵਿਚਰਦੇ ਹੋ, ਤੁਹਾਡੇ ਵਿਚਾਰ ਹੁੰਦੇ ਆ, ਉਹ ਦੁਨੀਆ। ਤਾਂ ਬਾਹਰਲੀ ਦੁਨੀਆ ਤੋਂ ਅੰਦਰਲੀ ਦੁਨੀਆ ਜਦੋਂ ਜਾਂਦੇ ਹੋ ਤਾਂ ਤੁਸੀਂ ਉਹ ਕਿਵੇਂ ਤੁਹਾਨੂੰ ਹੀਲਿੰਗ 'ਚ ਹੈਲਪ ਕਰਦੀ ਹੈ। ਜਿਹੜੀ ਅੰਦਰਲੀ ਦੁਨੀਆ ਹੈ ਅਸਲ 'ਚ ਅੰਦਰਲੀ ਅਤੇ ਬਾਹਰਲੀ ਦੁਨੀਆ ਇੱਕੋ ਹੀ ਹੁੰਦੀ ਹੈ। ਅੰਦਰਲੀ ਦੁਨੀਆ ਜਿਹੜੀ ਹੁੰਦੀ ਹੈ ਉਹਦੇ ਹਿਸਾਬ ਨਾਲ ਬਾਹਰਲੀ ਦੁਨੀਆ ਬਣਦੀ ਹੈ ਅਤੇ ਬਾਹਰਲੀ ਦੁਨੀਆ ਫਿਰ ਅੰਦਰਲੀ ਦੁਨੀਆ ਨੂੰ ਸਿਰਜਦੀ ਹੈ। ਦੋਨੋਂ ਪਾਸੇ ਟੂ ਵੇ ਰਿਲੇਸ਼ਨਸ਼ਿਪ ਹੁੰਦਾ, ਦੋਨੋਂ ਪਾਸੇ ਟਰੈਫਿਕ ਚੱਲਦਾ। ਜੋ ਤੁਹਾਡੇ ਅੰਦਰ ਹੁੰਦਾ, ਜਿੱਦਾਂ ਦਾ ਬੰਦਾ ਹੁੰਦਾ ਉਦੋਂ ਦਾ ਬਾਹਰ ਵਾਤਾਵਰਨ ਕ੍ਰੀਏਟ ਕਰਦਾ, ਉਹ ਪੈਦਾ ਕਰਦਾ, ਔਰ ਜੋ ਕੁਝ ਬਾਹਰ ਹੁੰਦਾ ਉਹਦੇ ਨਾਲ ਅੰਦਰਲਾ ਜਿਹੜਾ ਥਾਟਸ ਜਿਹੜੇ ਨੇ ਉਹ ਕ੍ਰੀਏਟ ਹੁੰਦੇ ਆ। ਫਿਰ ਆਪਾਂ ਗੱਲ ਕੀਤੀ ਸੀ ਕਿ ਇਹਦੀ ਵਿਧੀ ਕੀ ਹੈ। ਵਿਧੀ ਜਿਹੜੀ ਹੈ ਮੋਟੇ ਤੌਰ 'ਤੇ ਵਿਧੀ ਇੱਕੋ ਹੀ ਹੈ ਕਿ ਵਾਇਆ ਬਰੀਥਿੰਗ ਜਾਣਾ, ਬ੍ਰੈਥ ਵਿਟਨੈਸਿੰਗ ਜਿਹੜੀ ਹੈ ਕਿ ਸਾਹਾਂ ਦੇ ਥਰੂ, ਸਾਹ ਜਿਹੜੇ ਹੁੰਦੇ ਆ ਜਿਹਨੂੰ ਕਹਿੰਦੇ ਆ ਜਿਹੜਾ ਸਵਾਸ ਨੇ, ਉਹ ਤੁਹਾਡਾ ਕਨੈਕਸ਼ਨ ਹੈ ਬਿਟਵੀਨ ਆਊਟਸਾਈਡ ਐਂਡ ਇਨਸਾਈਡ, ਕਿਉਂਕਿ ਬਾਹਰ ਵੀ ਜਾਂਦੇ ਆ ਉਹ ਅੰਦਰ ਵੀ ਜਾਂਦੇ ਆ। ਤਾਂ ਜਦੋਂ ਤੁਸੀਂ ਸਵਾਹਾਂ ਉਹਦੀ ਪੌੜੀ ਨੂੰ ਫੜ ਲੈਂਦੇ ਹੋ, ਬੜਾ ਪਿਆਰਾ ਉਹਨਾਂ ਦਾ ਕਨੈਕਸ਼ਨ ਹੈ ਸਾਡਾ ਬਾਹਰ ਦਾ ਅਤੇ ਅੰਦਰ ਦਾ ਜਿਹੜਾ ਹੈਗਾ ਬ੍ਰੈਥ ਵਿਟਨੈਸਿੰਗ ਦਾ। ਸਵਾਸ ਜਿਹੜੀ ਸਵਾਸ ਬਾਹਰ ਅਤੇ ਸਵਾਸ ਅੰਦਰ, ਤਾਂ ਉਹਦੇ ਹਿਸਾਬ ਨਾਲ ਹੀ ਅਸੀਂ ਜਦੋਂ ਸਵਾਸਾਂ ਦੇ ਚੜ੍ਹ ਕੇ ਸਵਾਸਾਂ ਦੇ ਘੋੜੇ 'ਤੇ ਚੜ੍ਹ ਕੇ ਜੋ ਅੰਦਰ ਪਹੁੰਚਦੇ ਹਾਂ ਤਾਂ ਅੰਦਰ ਫਿਰ ਵਿਚਾਰਾਂ ਤੱਕ ਜਾਣਾ ਬਹੁਤ ਸੌਖਾ ਹੁੰਦਾ ਕਿਉਂਕਿ ਘੋੜਾ ਤੈਨੂੰ ਲੈ ਜਾਂਦਾ। ਫਿਰ ਉਹ ਬ੍ਰੈਥ ਵਿਟਨੈਸਿੰਗ ਜਿਹੜੀ ਹੈ ਕਈ ਵਾਰੀ ਬਹੁਤ ਸਾਇਲੈਂਟਲੀ ਕਰਨੀ ਹੋਵੇ ਵੀ ਹਾਂਜੀ ਬ੍ਰੈਥ ਵਿਟਨੈਸਿੰਗ ਕਰੋ, ਤਾਂ ਉਹ ਕਈ ਵਾਰੀ ਬੜੀ ਬੋਰਿੰਗ ਲੱਗਦੀ ਹੈ। ਤਾਂ ਉਹਨੂੰ ਬ੍ਰੈਥ ਵਿਟਨੈਸ ਨੂੰ ਅਸੀਂ ਮੰਤਰ ਨਾਲ ਜੋੜ ਲਿਆ, ਤੁਹਾਨੂੰ ਮੰਤਰਾ ਜਾਪ ਕਹਿ ਦਿੰਦੇ ਹਾਂ, ਕਿਉਂਕਿ ਮੰਤਰ ਬੋਲਣ ਲਈ ਤੁਹਾਨੂੰ ਬਰੀਥਿੰਗ ਤਾਂ ਕਰਨੀ ਪੈਗੀ ਨਾ। ਜਦੋਂ ਤੁਸੀਂ ਸਾਹ ਅੰਦਰ ਲਾਓਗੇ ਤਾਂ ਉਹ ਤੁਹਾਡੀ ਆਵਾਜ਼ ਨਹੀਂ ਨਿਕਲੇਗੀ। ਆਵਾਜ਼ ਕਦੋਂ ਨਿਕਲਣੀ? ਜਦੋਂ ਤੁਸੀਂ ਬਾਹਰ ਸਾਹ ਛੱਡ ਰਹੇ ਹੋ। ਅਤੇ ਇਹਦਾ ਮਤਲਬ ਜਦੋਂ ਵੀ ਮੰਤਰ ਬੋਲੋਗੇ, ਮੰਨ ਲਓ ਆਪਾਂ ਵਾਹਿਗੁਰੂ ਬੋਲਿਆ ਤਾਂ ਪਹਿਲਾਂ ਮੈਂ ਸਾਹ ਅੰਦਰ ਲਊਂਗਾ, ਵਾਹਿਗੁਰੂ ਵਾਹਿਗੁਰੂ ਸੋ ਮੈਂ ਕੀ ਕੀਤਾ, ਸਵਾਸ ਅੰਦਰ ਭਰਿਆ ਅਤੇ ਵਾਹਿਗੁਰੂ ਦਾ ਮੰਤਰ ਜਾਪ ਕੀਤਾ। ਹੁਣ ਵਾਹਿਗੁਰੂ ਦਾ ਮੰਤਰ ਜਾਪ ਦੀ ਆਪਾਂ ਗੱਲ ਕੀਤੀ ਸੀ ਕਿ ਲੰਬਾ ਜਿਹੜਾ ਕੀਤਾ ਮੈਂ, ਲੰਬਾ, ਫਿਰ ਮੀਡੀਅਮ ਸਪੀਡ, ਫਿਰ ਸ਼ਾਰਟ ਸਪੀਡ, ਫਿਰ ਅਲਟਰਾ ਸ਼ਾਰਟ ਸਪੀਡ, ਅਤੇ ਲਾਸਟ ਦੇ ਵਿੱਚ ਅਜੱਪਾ ਜਾਪ, ਯਾਨੀ ਕਿ ਅੰਦਰ ਮੰਤਰ ਉਹ ਚੱਲਦਾ ਰਹਿੰਦਾ। ਜੋ ਤੁਸੀਂ ਇੰਨੇ ਲੰਬਾ ਸਾਰਾ ਮੰਤਰ ਜਾਪ ਕਰਦੇ ਹੋ ਤਾਂ ਬਾਹਰੋਂ ਅਗਰ ਤੁਸੀਂ ਬੰਦ ਵੀ ਕਰਦੇ ਹੋ ਬੋਲਣਾ ਤਾਂ ਅੰਦਰ ਉਹ ਸਿਲ ਚੱਲਦਾ ਰਹਿੰਦਾ, ਅਤੇ ਉੱਥੋਂ ਅੱਗੇ ਫਿਰ ਥਾਟਸ। ਤਾਂ ਇਹ ਬੜੀ ਸਮੂਥਲੀ ਤੁਸੀਂ ਲੈਂਡ ਕਰ ਜਾਂਦੇ ਜੋ ਕਿ ਵਿਚਾਰਾਂ ਦੀ ਦੁਨੀਆ 'ਚ। ਅਦਰਵਾਈਜ਼ ਤੁਸੀਂ ਜੇ ਅਸੀਂ ਮਤਲਬ ਕਹੀਏ ਵੀ ਵਿਚਾਰ ਵਿਟਨੈਸ ਕਰੋ, ਫਿਰ ਵਿਚਾਰਾਂ ਉਹਨਾਂ ਬ੍ਰੈਥ ਵਿਟਨੈਸਿੰਗ ਕਰੋ, ਫਿਰ ਵਿਚਾਰਾਂ 'ਚ ਜਾਓ, ਤਾਂ ਫਿਰ ਥੋੜ੍ਹਾ ਜਿਹਾ ਹੋਰ ਸਮੂਥ ਲੈਂਡਿੰਗ ਨਹੀਂ ਹੁੰਦੀ। ਜੋ ਅਸੀਂ ਮੰਤਰ ਦੇ ਘੋੜੇ 'ਤੇ ਚੜ੍ਹ ਜਾਂਦੇ ਹਾਂ ਨਾਲ, ਤਾਂ ਮੰਤਰ ਤੁਹਾਨੂੰ ਬਹੁਤ ਹੀ ਸਮੂਥਲੀ ਉੱਥੇ ਲੈ ਜਾਂਦਾ ਵਿਚਾਰਾਂ ਦੀ ਦੁਨੀਆ 'ਚ। ਤਾਂ ਵਿਚਾਰਾਂ ਦੀ ਦੁਨੀਆ ਜਿਹੜੀ ਸਾਡੀ ਹੁੰਦੀ ਆ ਉਹ ਬਹੁਤ ਪਿਆਰੀ ਦੁਨੀਆ, ਜੇਕਰ ਉਹ ਵੈਲ ਔਰਗਨਾਈਜ਼ ਹੈ ਤਾਂ। ਜੇ ਜਿਹਨੂੰ ਕਹਿੰਦੇ ਵਿਚਾਰ, ਜਿਵੇਂ ਕਿ ਕਲਾਕਾਰ ਹੈ, ਉਹ ਕੁਛ ਲਾਈਨਾਂ ਨੂੰ ਜੋੜਦਾ ਤਾਂ ਕਲਾਕ੍ਰਿਤੀ ਬਣ ਜਾਂਦੀ ਹੈ। ਬੁੱਤ ਘਾੜਾ ਹੁੰਦਾ, ਪੱਥਰ ਬੇਢਵੇ ਪੱਥਰ ਨੂੰ ਉੱਤੋਂ ਮੂਰਤੀ ਬਣਾ ਦਿੰਦਾ। ਇੱਕ ਚਿੱਤਰਕਾਰ ਹੁੰਦਾ, ਉਹ ਇੱਧਰਲੀਆਂ ਉੱਧਰਲੀਆਂ ਗੜੀਆਂ ਲਾਈਨਾਂ ਤੋਂ ਚਿੱਤਰ ਬਣਾ ਦਿੰਦਾ। ਇੱਦਾਂ ਹੀ ਵਿਚਾਰ ਵੀ ਜਿਹੜੇ ਹੁੰਦੇ ਨੇ ਉਹਨਾਂ ਦੀ ਆਪਣੀ ਇੱਕ ਚਿੱਤਰਕਾਰੀ ਹੁੰਦੀ ਹੈ। ਜਿਸ ਬੰਦੇ ਦੇ ਵਿਚਾਰ ਵੈਲ ਔਰਗਨਾਈਜ਼ਡ ਨੇ
ਉਹ ਕਲਾ ਦੀ ਸ਼ਕਲ ਦੇ ਰੱਖੀ ਉਹਨੇ, ਤਾਂ ਉਹ ਬਹੁਤ ਸੁੰਦਰ ਉਹਦੀ ਪਰਸਨੈਲਿਟੀ ਹੋਏਗੀ, ਕਿਉਂਕਿ ਉਹ ਵਿਚਾਰਾਂ ਨੇ ਫਿਰ ਬਾਹਰ ਆ ਕੇ ਦੁਨੀਆ ਸਿਰਜਣੀ ਹੈ। ਜੇ ਉਹ ਹੱਚ-ਪੱਚ ਹੋਣਗੇ, ਐਕਸਟ੍ਰੀਮ ਹੱਚ-ਪੱਚ ਹੁੰਦੇ ਪਾਗਲਾਂ 'ਚ, ਤੁਸੀਂ ਪਾਗਲ ਪਾਓਗੇ, ਪਾਗਲਾਂ ਨੂੰ ਪਤਾ ਨਹੀਂ ਹੁੰਦਾ ਵਿਚਾਰ ਕਿੱਧਰ ਨੂੰ ਜਾ ਰਿਹਾ, ਹਿਸਾਬ ਕਿਤਾਬ ਵੀ ਨਹੀਂ ਹੁੰਦਾ ਹੁੰਦਾ। ਤੋ ਇੱਕ ਹੈ ਕਿ ਜਿਹੜਾ ਬੰਦਾ ਵਿਚਾਰਾਂ ਦਾ ਧਨੀ ਹੈ, ਤੁਸੀਂ ਦੇਖੋਗੇ ਬਹੁਤ ਲੋਕ ਜਿਹੜੇ ਨੇ ਜਿਹੜੇ ਬਹੁਤ ਹੀ ਅੱਛੇ ਮੋਟੀਵੇਸ਼ਨਲ ਸਪੀਕਰ ਹੁੰਦੇ ਆ, ਉਹ ਕੀਲ ਕੇ ਰੱਖ ਦਿੰਦੇ ਜਦੋਂ ਬੋਲਦੇ ਆ, ਤਾਂ ਉਹ ਵਿਚਾਰਾਂ ਦੇ ਧਨੀ ਨੇ, ਉਹ ਕਲਾਕਾਰ ਨੇ। ਦੂਜੀ ਐਕਸਟ੍ਰੀਮ ਹੈ ਪਾਗਲ, ਕਿ ਪਾਗਲ ਦਾ ਵਿਚਾਰ ਜਿਹੜਾ ਹੁੰਦਾ ਤੁਹਾਨੂੰ ਸਮਝ ਨਹੀਂ ਆਉਂਦਾ ਕਿੱਧਰ ਨੂੰ ਕਿੱਧਰ ਜਾ ਰਿਹਾ। ਤਾਂ ਇਹ ਸਾਰਾ ਵਿਚਾਰਾਂ ਦਾ ਖੇਲ ਹੈ। ਅਤੇ ਇਹਦਾ ਮਤਲਬ ਇਹ ਹੋਇਆ ਕਿ ਵਿਚਾਰਾਂ ਦਾ ਖੇਡ ਖੇਡਣ ਵਾਸਤੇ ਕਲਾਕਾਰੀ ਚਾਹੀਦੀ ਹੈ, ਅਤੇ ਇਹ ਜਿਹੜੀ ਮੈਡੀਟੇਸ਼ਨ ਹੈ ਉਹ ਕਲਾਕਾਰੀ ਸਿਖਾਉਂਦੀ ਹੈ। ਤਾਂ ਉਹ ਆਪਾਂ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਆਪਾਂ ਨੂੰ ਫਿਰ ਇਹ ਗੱਲ ਕਲੀਅਰ ਹੋ ਜੂਗੀ ਕਿ ਆਪਾਂ ਕਿੱਧਰ ਨੂੰ ਰਹੇ ਹਾਂ। ਇੱਕ ਇਹਦੇ ਨਾਲ, ਕਿਉਂਕਿ ਅੱਜ ਕੱਲ੍ਹ ਦੁਨੀਆ ਬੜੀ ਬਿਜ਼ੀ ਹੈ, ਕਿਸੇ ਕੋਲ ਟਾਈਮ ਨਹੀਂ ਹੈ। ਸਟਰੈਚਿੰਗ ਐਕਸਰਸਾਈਜ਼ਸ ਨਾਲ ਵੀ ਅਸੀਂ ਜਿਹੜੀ ਹੈ ਮੰਤਰਾ ਜਾਪ ਕਰਦੇ ਹੋਏ, ਮੰਤਰਾ ਜਾਪ ਅਤੇ ਸਟਰੈਚਿੰਗ ਨੂੰ ਜੋੜ ਕੇ, ਜਿੱਦਾਂ ਆਪਾਂ ਮੰਤਰਾ ਜਾਪ ਨੂੰ ਜਿਹੜੇ ਊਰਜਾ ਦੇ ਕੇਂਦਰਾਂ ਨਾਲ ਜੋੜਿਆ ਸੀਗਾ 6 ਕੇਂਦਰਾਂ ਨਾਲ, ਅਤੇ ਉਹਦੇ ਉੱਪਰ ਮੈਡੀਟੇਸ਼ਨ ਕੀਤੀ ਸੀਗੀ, ਇੱਦਾਂ ਹੀ ਆਪਾਂ ਸਟਰੈਚਿੰਗ ਨਾਲ ਜੋੜ ਸਕਦੇ ਹਾਂ। ਤਾਂ ਸਟਰੈਚਿੰਗ ਨਾਲ ਜੋੜਾਂਗੇ ਆਪਾਂ, ਤਾਂ ਸਟਰੈਚਿੰਗ ਦੀ ਜਿਹੜੀ ਊਰਜਾ ਹੈ ਅਤੇ ਮੰਤਰ ਦੀ ਊਰਜਾ ਹੈ, ਦੋਨੋਂ ਇਕੱਠੀਆਂ ਹੋ ਜਾਣਗੀਆਂ। ਉਹਦਾ ਇਫੈਕਟ ਵੀ ਡਬਲ ਹੋ ਜਾਏਗਾ, ਅਤੇ ਨਾਲੇ ਸਾਡਾ ਮਕਸਦ ਵੀ ਡਬਲ ਹੋ ਗਿਆ। ਨਾਲੇ ਤਾਂ ਵਰਜਿਸ਼ ਦੀ ਵਰਜਿਸ਼ ਹੋ ਗਈ, ਨਾਲੇ ਮੰਤਰਾ ਜਾਪ ਦਾ ਮੰਤਰ ਜਾਪ ਹੋ ਗਿਆ। ਜਿੱਥੇ ਵਿਚਾਰਾਂ ਦੀ ਦੁਨੀਆ ਆਈ, ਉੱਥੇ ਸਟਰੈਚਿੰਗ ਵੀ ਬੰਦ, ਮੰਤਰ ਵੀ ਬੰਦ, ਦੋਨੋਂ ਬੰਦ ਕਰਕੇ ਵਿੱਚ ਤੁਸੀਂ ਵਿਚਾਰਾਂ ਦੀ ਦੁਨੀਆ ਜਾ ਸਕਦੇ, ਵਿਚਾਲੇ ਵੀ ਜਾ ਸਕਦੇ ਹੋ। ਸੋ ਕੋਈ ਬੰਦਿਸ਼ ਨਹੀਂ ਹੈ ਉਹਦੇ 'ਚ। ਸੋ ਮੰਤਰਾ ਜਾਪ ਅਤੇ ਸਟਰੈਚਿੰਗ ਕਿਵੇਂ ਆਪਸ 'ਚ ਜੋੜਨੀ ਹੈ, ਉਹਦੀ ਆਪਾਂ ਲੱਤਾਂ ਦੀ ਐਗਜ਼ਾਮਪਲ ਲੈ ਕੇ ਤੁਹਾਨੂੰ ਆਪਾਂ ਡਿਮੋਸਟਰੇਟ ਕਰਦੇ ਹਾਂ ਕਿ ਕਿਵੇਂ ਪੈਰਾਂ ਦੀ ਸਟਰੈਚਿੰਗ ਮੰਤਰ ਜਾਪ ਨਾਲ ਜੋੜ ਕੇ ਕਰਨੀ ਹੈ ਆਪਾਂ ਨੇ। ਅਤੇ ਉਹ ਮੰਤਰ ਜਾਪ ਜਦੋਂ ਕਰਾਂਗੇ ਆਪਾਂ ਅਤੇ ਸਟਰੈਚਿੰਗ ਕਰਾਂਗੇ, ਤਾਂ ਉਹਦਾ ਮੰਤਰ ਜਾਪ ਦਾ ਇਫੈਕਟ ਵੀ ਦੁੱਗਣਾ ਹੋਏਗਾ, ਕਿਉਂਕਿ ਤੁਹਾਡੀ ਆਪਣੀ ਬਾਡੀ ਦੀ ਊਰਜਾ ਵੀ ਨਾਲ ਚੱਲ ਰਹੀ ਹੈ। ਤੁਹਾਡੇ ਕੰਠ ਤੋਂ ਜਿਹੜੀ ਊਰਜਾ ਨਿਕਲ ਰਹੀ ਹੈ ਮੰਤਰ ਦੀ, ਉਹ ਵੀ ਚੱਲ ਰਹੀ ਨਾਲ, ਜਿਹੜੀ ਵਿਸ਼ੁੱਧੀ ਚੱਕਰ ਤੋਂ। ਅਤੇ ਦੂਜੀ ਗੱਲ, ਤੁਹਾਡੇ ਸਟਰੈਚਿੰਗ ਦੀ ਊਰਜਾ ਲਈ, ਦੋਨੋਂ ਊਰਜਾਵਾਂ ਦਾ ਬਣ ਗਿਆ। ਜਿਵੇਂ ਔਰਕੈਸਟਰਾ 'ਚ, ਜਿਵੇਂ ਮਿਊਜ਼ਿਕ ਦੇ ਵਿੱਚ ਜੇ ਇੱਕ ਦੀ ਥਾਂ 'ਤੇ 2 ਇੰਸਟਰੂਮੈਂਟ ਹੋ ਜਾਣ, ਹਾਰਮੋਨੀਅਮ ਦੇ ਨਾਲ ਢੋਲਕੀ ਵੱਜੇ, ਤਾਂ ਉਹਦਾ ਬਹੁਤ ਵਧੀਆ ਇੱਕ ਜਿਹੜਾ ਮਿਊਜ਼ਿਕ ਬਣ ਜਾਂਦਾ। ਅਤੇ ਇੱਦਾਂ ਹੀ ਇਹ ਵੀ ਇੱਕ ਕਿਸਮ ਦਾ ਔਰਕੈਸਟਰਾ ਬਣ ਜਾਏਗਾ ਕਿ ਮੰਤਰ ਜਾਪ ਦੇ ਨਾਲ ਸਟਰੈਚਿੰਗ ਕਰਦੇ ਹਾਂ। ਸੋ ਉਹ ਆਪਾਂ ਡੈਮੋ ਕਰਦੇ ਹਾਂ ਕਿ ਪੈਰਾਂ ਦੀ ਸਟਰੈਚਿੰਗ ਔਰ ਮੰਤਰ ਜਾਪ ਕਿੱਦਾਂ ਕਰਨਾ। ਤਾਂ ਇੱਦਾਂ ਆਪਾਂ ਲੇਟ ਜਾਵਾਂਗੇ। ਲੇਟ ਕੇ ਜੇ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਆਪਾਂ ਪੈਰਾਂ ਦੀਆਂ ਉਂਗਲਾਂ ਦੀ ਸਟਰੈਚਿੰਗ ਕਿੱਦਾਂ ਕਰਨੀ ਹੈ। ਇਹਦੇ 'ਚ ਉਲਟ ਕਰਾਂਗੇ, ਪਹਿਲਾਂ ਕਰਾਂਗੇ ਫਾਸਟ, ਫਿਰ ਮੀਡੀਅਮ, ਅਤੇ ਲਾਸਟ ਦੇ ਵਿੱਚ ਇੱਕ ਕਰਾਂਗੇ ਲਾਸਟ ਬਹੁਤ ਲੰਬਾ। ਉਹਦੇ 'ਚ ਇਸ ਤਰ੍ਹਾਂ ਵਾਹਿਗੁਰੂ 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 ਵਾਹਿਗੁਰੂ। ਇੱਕ ਹੋ ਗਈ ਹੈ, ਇਹ ਇੱਕ ਐਕਸਰਸਾਈਜ਼ ਹੋ ਗਈ। ਉਂਗਲਾਂ ਦੀ ਇੱਕ ਦੂਸਰੀ ਐਕਸਰਸਾਈਜ਼ ਜਿਹੜੀ ਹੈ ਵਾਹਿਗੁਰੂ 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 ਵਾਹਿਗੁਰੂ। ਹੁਣ ਪਹਿਲੇ ਵਾਲੀ ਐਕਸਰਸਾਈਜ਼ ਨੂੰ ਆਪਾਂ ਥੋੜ੍ਹੀ ਸਟਰੈਚਿੰਗ ਜ਼ਿਆਦਾ ਰੱਖ ਕੇ ਕਰੀਏ। ਉਹ ਕਿੱਦਾਂ ਕਰਾਂਗੇ? ਵਾਹਿਗੁਰੂ 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 ਵਾਹਿਗੁਰੂ। ਜਿਵੇਂ ਜਿਵੇਂ ਮੰਤਰ ਜਾਪ ਲੰਬਾ ਹੋਏਗਾ, ਸਟਰੈਚਿੰਗ ਨਾਲ ਵਧਾਈ ਜਾਣੀ ਆ, ਸਟਰੈਚਿੰਗ ਨੂੰ ਹੋਰ ਕਰੀ ਜਾਣਾ। ਸੋ ਇਹ ਲੰਬੇ ਨਾਲ ਜਿਹੜੀ ਇਹ ਹੋ ਗਈ ਪਹਿਲੀ ਵਾਰੀ ਜਿਹੜੀ ਨੋਰਮਲ ਸਪੀਡ 'ਤੇ ਹੋਈ, ਇਹ ਹੋਈ ਮੰਨ ਲਓ 10 ਤੋਂ ਲੈ ਕੇ 15 ਵਾਰੀ। ਇਹ ਵਾਲੀ ਜਿਹੜੀ ਲੰਬੀ ਹੈ ਇਹ 5 ਵਾਰੀ ਬਹੁਤ ਹੈ। ਅਤੇ ਲਾਸਟ 'ਤੇ ਜੋ ਕਰਨੀ ਆਪਾਂ ਨੇ ਬਹੁਤ ਲੰਬੀ ਕਰਨੀ, ਯਾਨੀ ਕਿ ਸਟਰੈਚਿੰਗ ਕਰਕੇ ਰੋਕ ਲੈਣਾ, ਜਿਸ ਤਰ੍ਹਾਂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਇੱਥੇ ਵਧਾਈ ਜਾਣੀ ਹੈ। ਸਟ੍ਰੈਚਿੰਗ ਜਿੰਨੀ ਵਾਰੀ ਵਾਹਿਗੁਰੂ ਬੋਲਣਾ ਉਨੀ ਵਾਰੀ ਸਟ੍ਰੈਚਿੰਗ ਨੂੰ ਹੋਰ ਵਧਾ ਦੇਣਾ, ਤਾਂ ਕਿ ਪੂਰਾ ਤੁਹਾਡਾ ਜਿਹੜਾ ਪੂਰਾ ਜਿਹੜਾ ਲਾਸਟ ਦੇ ਵਿੱਚ ਜਿਹੜਾ 5-6 ਵਾਰੀ ਬੋਲਣ ਤੋਂ ਬਾਅਦ ਜਾਂ 5-6 ਵਾਰੀ ਮੰਤਰ ਉਚਾਰਨ ਦਾ 10 ਵਾਰੀ ਮੰਤਰ ਉਚਾਰਨ ਤੋਂ ਬਾਅਦ ਪੂਰੀ ਸਟ੍ਰੈਚਿੰਗ ਪੈਰ ਥੋੜ੍ਹਾ ਐਨ ਖਿੱਚਿਆ ਜਾਵੇ, ਇੱਦਾਂ ਹੀ ਉੱਪਰ ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਦੀ ਦੂਸਰੀ ਐਕਸਰਸਾਈਜ਼ ਸੀਗੀ ਵਾਹਿਗੁਰੂ 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 ਵਾਹਿਗੁਰੂ। ਤੇ ਲਾਸਟ ਦੇ ਚ ਲੰਬਾ ਵਾਹਿਗੁਰੂ 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 ਵਾਹਿਗੁਰੂ। ਹਰ ਵਾਰੀ ਜਦੋਂ ਵਾਹਿਗੁਰੂ ਬੋਲਣਾ ਸਟ੍ਰੈਚਿੰਗ ਹੋਰ ਵਧਾ ਦੇਣੀ ਆ। ਸੋ ਇਹ 2 ਐਕਸਰਸਾਈਜ਼ਾਂ ਹੋ ਗਈਆਂ ਉਂਗਲਾਂ ਦੀਆਂ। ਹੁਣ ਇਸ ਤੋਂ ਅੱਗੇ ਅੱਗੇ ਆ ਗਈਆਂ ਪੈਰਾਂ ਦੀਆਂ। ਵਾਹਿਗੁਰੂ 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 ਵਾਹਿਗੁਰੂ। ਇੱਕ ਪੈਰ ਨੂੰ ਥੱਲੇ ਨੂੰ ਸਟ੍ਰੈਚ ਕਰਨਾ, ਦੂਜੇ ਨੂੰ ਉਨਾ ਹੀ ਉੱਪਰ ਨੂੰ ਸਟ੍ਰੈਚ ਕਰਨਾ, ਬਰਾਬਰ ਦੋਨੋਂ ਪਾਸੇ ਸਟ੍ਰੈਚਿੰਗ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਇੱਕ 'ਚ ਜ਼ਿਆਦਾ ਹੋਈ ਜਾਵੇ, ਦੋਨਾਂ ਦੀ ਸਟ੍ਰੈਚਿੰਗ ਨਾਲ ਵਾਹਿਗੁਰੂ ਜਾਪ। ਵਾਹਿਗੁਰੂ 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 ਵਾਹਿਗੁਰੂ। ਇਹਨੂੰ ਲੰਬਾ ਕਰਨਾ ਹੋਏ ਤਾਂ ਵਾਹਿਗੁਰੂ 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 ਵਾਹਿਗੁਰੂ। ਜਿਹੜੀ ਤੇਜ਼ ਵਾਲੀ ਐਕਸਰਸਾਈਜ਼ 10 ਤੋਂ 15 ਵਾਰੀ ਤੇ ਸਟ੍ਰੈਚਿੰਗ ਵਾਲੀ 5 ਵਾਰੀ ਤੇ ਲਾਸਟ ਦੇ ਵਿੱਚ ਫਿਰ ਕਰਕੇ ਰੋਕਣਾ। ਵਾਹਿਗੁਰੂ 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 ਵਾਹਿਗੁਰੂ। ਹੁਣ ਇਸੇ ਐਕਸਰਸਾਈਜ਼ ਨੂੰ ਆਪਾਂ ਦੋਨਾਂ ਪੈਰਾਂ ਨਾਲ ਕਰ ਸਕਦੇ ਹਾਂ, ਇਕੱਠਾ ਵੀ। ਵਾਹਿਗੁਰੂ 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 10 ਤੋਂ 15 ਵਾਰੀ। ਫਿਰ ਲੰਬਾ ਕਰਕੇ ਵਾਹਿਗੁਰੂ 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 5 ਵਾਰੀ। ਫਿਰ ਲਾਸਟ ਦੇ ਵਿੱਚ ਐਂਡ 'ਤੇ ਸਟ੍ਰੈਚ ਕਰਕੇ ਫਿਰ ਰੋਕ ਲੈਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੂਰਾ ਖਿੱਚ ਦੇਣਾ, ਪੂਰਾ ਖਿੱਚੀ ਜਾਣਾ। ਹਰ ਵਾਰੀ ਵਾਹਿਗੁਰੂ ਬੋਲਣ 'ਤੇ ਹੋਰ ਖਿੱਚ ਦੇਣਾ, ਹੋਰ ਖਿੱਚ ਦੇਣਾ, ਤਾਂ ਕਿ ਲੱਤਾਂ ਥੋੜ੍ਹੀਆਂ ਐਨ ਸਟ੍ਰੈਚਿੰਗ ਹੋ ਜਾਵੇ। ਕਿਉਂਕਿ ਸਟ੍ਰੈਚਿੰਗ ਜਿਹੜੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਰਿਲੈਕਸੇਸ਼ਨ ਬਹੁਤ ਹੁੰਦੀ ਹੈ। ਜੇ ਤੁਸੀਂ ਦਿਨ 'ਚ ਫਿਰ ਤੁਹਾਨੂੰ ਕਦੀ ਵੀ ਲੱਤਾਂ 'ਚ ਟਾਈਟਨੈਸ ਫੀਲ ਨਹੀਂ ਹੋਏਗੀ। ਸਿਰਫ ਖਿੱਚ ਕੇ ਵਾਹਿਗੁਰੂ 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 ਵਾਹਿਗੁਰੂ। ਸੋ ਇਹ ਹੋ ਗਈ ਦੋਨਾਂ ਪੈਰਾਂ ਨਾਲ। ਸੋ ਇਸ 'ਤੇ ਅੱਗੇ ਆ ਗਿਆ ਗੋਲ ਘੁਮਾਉਣ ਵਾਲੀ। ਵਾਹਿਗੁਰੂ ਵਾਹਿਗੁਰੂ। ਸੂਈ ਘੜੀ ਦੀਆਂ ਸੂਈਆਂ ਦੀ ਦਿਸ਼ਾ 'ਚ ਵਾਹਿਗੁਰੂ 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 ਵਾਹਿਗੁਰੂ। ਇਹ 15-20 ਵਾਰੀ। ਫਿਰ ਉਲਟ ਦਿਸ਼ਾ 'ਚ ਘੜੀ ਤੋਂ ਉਲਟ ਵਾਹਿਗੁਰੂ 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 ਵਾਹਿਗੁਰੂ। ਇਹਦੇ 'ਚ ਇੱਕ ਗੱਲ ਨੋਟ ਕਰਨੀ ਆ ਕਿ ਸਾਹ ਨਾਲ ਦੀ ਨਾਲ ਲੈ ਰਿਹਾ, ਮੈਂ ਸਾਹ ਰੋਕ ਨਹੀਂ ਰਿਹਾ। ਸਾਹ ਰੋਕਣਾ ਨਹੀਂ ਹੈ, ਸਾਹ ਲੈ ਕੇ ਨਾਲ ਨਾਲ ਕਰਨੀ ਹੈ। ਸੋ ਇਹ ਇੱਕ ਵਾਰੀ ਘੜੀ ਦੀਆਂ ਸੂਈਆਂ ਦੀ ਦਿਸ਼ਾ 'ਚ, ਇੱਕ ਵਾਰੀ ਘੜੀ ਦੀਆਂ ਸੂਈਆਂ ਦੇ ਉਲਟ ਦਿਸ਼ਾ 'ਚ। ਇਹਦੇ 'ਚ ਅੱਡ-ਅੱਡ ਸਪੀਡਾਂ 'ਚ ਨਹੀਂ ਕਰਨ ਦੀ ਲੋੜ, ਕਿਉਂਕਿ ਇਹਦੇ 'ਚ ਰੁਕਣਾ ਨਹੀਂ ਹੈ ਆਪਾਂ ਕਿਤੇ ਵੀ।
ਇਹ ਡਿਫਰੈਂਟ ਟਾਈਪ ਦੀ ਐਕਸਰਸਾਈਜ਼ ਹੋਗੀ। ਇਹ ਹੋਏਗੀ ਹੁਣ ਉਸ ਤੋਂ ਅਗਲੀ ਇਹਦੇ 'ਚ ਫਿਰ ਤੁਸੀਂ ਬੋਡੀ ਦੇ ਪਿੱਛੇ ਥੋੜ੍ਹੀ ਡਿਫਰੈਂਟ ਹੋ ਸਕਦੀ ਹੈ। ਜਿਹੜੇ ਹੱਥ ਨੇ ਥੱਲੇ ਲਿਜਾ ਸਕਦੇ ਆਪਾਂ, ਇਹ 'ਚੋਂ ਹੱਥ ਥੱਲੇ ਲਿਜਾ ਸਕਦੇ ਬਟਕਸ ਦੇ, ਉਹ ਜ਼ਿਆਦਾ ਸੌਖਾ ਹੋ ਜਾਏਗਾ, ਥੱਲੇ ਫਿਕਸ ਹੋ ਜਾਏਗਾ, ਫਿਕਸ ਹੋ ਜਾਏਗੀ ਬੋਡੀ। ਵਾਹਿਗੁਰੂ 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 ਵਾਹਿਗੁਰੂ, ਪੈਰ ਥੱਲੇ ਨੂੰ ਸਟ੍ਰੈਚ ਕਰਕੇ, ਪੂਰਾ ਸਟ੍ਰੈਚ ਕਰਕੇ ਖਿੱਚ ਕੇ ਵਾਹਿਗੁਰੂ ਵਾਹਿਗੁਰੂ। ਸਿਰਫ 45 ਤੱਕ ਲੈ ਕੇ ਜਾਣਾ, 45 ਦੇ ਐਂਗਲ ਤੱਕ, ਜ਼ਿਆਦਾ ਉੱਪਰ ਲਿਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹਦਾ। 45 ਤੱਕ ਵਾਹਿਗੁਰੂ 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 15-20 ਵਾਰੀ। ਤੇ ਦੂਸਰੇ ਪੈਰ ਨਾਲ ਵਾਹਿਗੁਰੂ, ਪੂਰਾ ਸਟ੍ਰੈਚਿੰਗ ਪੂਰੀ ਹੋਣੀ ਚਾਹੀਦੀ ਹੈ। ਸਟ੍ਰੈਚਿੰਗ ਪੂਰੀ ਹੋਊਗੀ ਤਾਂ ਬੈਨੀਫਿਟ ਹੋਏਗਾ। ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਪੈਰ ਉੱਪਰ ਨੂੰ ਖਿੱਚ ਕੇ, ਉਹ ਥੱਲੇ ਨੂੰ ਸਟ੍ਰੈਚਿੰਗ ਸੀ, ਉੱਪਰ ਨੂੰ ਖਿੱਚ ਸਟ੍ਰੈਚ ਕਰਕੇ ਵਾਹਿਗੁਰੂ 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 ਵਾਹਿਗੁਰੂ। ਦੂਸਰੇ ਪੈਰ ਨਾਲ ਵਾਹਿਗੁਰੂ 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 ਵਾਹਿਗੁਰੂ। ਸੋ ਦੋਨੋਂ ਪੈਰਾਂ ਨਾਲ ਵਾਰੀ ਵਾਰੀ। ਉਸ ਤੋਂ ਅਗਲੀ ਵਾਹਿਗੁਰੂ 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 ਵਾਹਿਗੁਰੂ। ਵੱਡੇ ਤੋਂ ਵੱਡਾ ਸਰਕਲ ਵਾਹਿਗੁਰੂ 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 ਵਾਹਿਗੁਰੂ। ਘੜੀ ਦੀਆਂ ਸੂਈਆਂ ਦੀ ਦਿਸ਼ਾ 'ਚ ਗੁਰੂ ਵਾਹਿਗੁਰੂ। ਦੂਸਰੀ ਲੱਤ ਨਾਲ 10-15 ਤੋਂ 20 ਵਾਰੀ ਬਹੁਤ। ਵਾਹਿਗੁਰੂ 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 ਵਾਹਿਗੁਰੂ। ਫਿਰ ਘੜੀ ਦੋਨੋਂ ਲੱਤਾਂ ਘੜੀ ਤੋਂ ਉਲਟ ਦਿਸ਼ਾ 'ਚ ਵਾਹਿਗੁਰੂ 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 ਵਾਹਿਗੁਰੂ। ਇਹ ਵੀ ਇੱਕ ਸਪੀਡ ਜੀ ਬਹੁਤ ਹੈ, ਕਿਉਂਕਿ ਕਿਤੇ ਰੁਕਣਾ ਨਹੀਂ ਹੈ। ਹੁਣ ਦੋਨੋਂ ਲੱਤਾਂ ਨਾਲ ਪੈਰ ਪੂਰੇ ਸਟ੍ਰੈਚ ਕਰਕੇ ਅੱਗੇ ਪੂਰੇ ਸਟ੍ਰੈਚ ਕਰ ਲੈਣੇ ਪੈਰ। ਵਾਹਿਗੁਰੂ 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 ਵਾਹਿਗੁਰੂ। ਇਸੀ ਘੜੀ ਦੀਆਂ ਸੂਈਆਂ ਦੀ ਦਿਸ਼ਾ 'ਚ, ਫਿਰ ਘੜੀ ਦੇ ਉਲਟ ਸੂਈਆਂ, ਘੜੀ ਦੀਆਂ ਸੂਈਆਂ ਦੇ ਉਲਟ ਦਿਸ਼ਾ 'ਚ ਵਾਹਿਗੁਰੂ 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 ਵਾਹਿਗੁਰੂ। ਸੋ ਇਹ ਹੋ ਗਿਆ ਲੱਤਾਂ ਦੀਆਂ ਸਟ੍ਰੈਚਿੰਗ ਐਕਸਰਸਾਈਜ਼। ਲੱਤਾਂ ਦੀ ਸਟ੍ਰੈਚਿੰਗ ਐਕਸਰਸਾਈਜ਼ ਹੋਰ ਵੀ ਬਹੁਤ ਨੇ, ਉਹ ਵੀ ਕਰ ਸਕਦੇ ਹਾਂ ਆਪਾਂ, ਲੇਕਿਨ ਮੇਰੇ ਖਿਆਲ 'ਚ ਇੰਨੀਆਂ ਕੁ ਵੀ ਹੋ ਜਾਣ ਤਾਂ ਜਿਹੜੀਆਂ ਨੇ ਉਹ ਸਫੀਸ਼ੀਐਂਟ ਹੁੰਦੀਆਂ ਨੇ। ਅਦਰਵਾਈਜ਼ ਟਾਈਮ ਬਹੁਤ ਲੱਗ ਜਾਂਦਾ। ਅਤੇ ਇਹ ਕਰਦੇ ਕਰਦੇ ਲੱਤਾਂ ਦੇ ਤੁਸੀਂ ਸਟ੍ਰੈਚਿੰਗ ਐਕਸਰਸਾਈਜ਼ ਮੰਤਰ ਨਾਲ ਜੋੜ ਕੇ ਕਰੋਗੇ ਤਾਂ ਲਗਭਗ 15-20 ਮਿੰਟ ਤੁਹਾਨੂੰ ਲੱਗ ਜਾਣਗੇ ਬੜੇ ਆਰਾਮ ਨਾਲ। ਡਾਕਟਰ ਸਾਹਿਬ ਆਪਾਂ ਇੱਧਰ ਆਈਏ ਕਿ ਜਿਹੜੀਆਂ ਤੁਸੀਂ ਐਕਸਰਸਾਈਜ਼ਾਂ ਦੱਸੀਆਂ ਨੇ ਅਤੇ ਮੰਤਰ ਜਾਪ ਦੇ ਨਾਲ ਕਰਨ ਨੂੰ ਦੱਸੀਆਂ ਹੈਗੀਆਂ ਨੇ, ਥੋੜ੍ਹਾ ਜਿਹਾ ਹੁਣ ਇਹ ਵੀ ਦੱਸ ਦਿਓ ਕਿ ਇਹਦੇ ਨਾਲ ਬੋਡੀ ਨੂੰ ਅਤੇ ਮਾਈਂਡ ਨੂੰ ਦੋਨਾਂ ਨੂੰ ਕਿੰਨਾ ਕਿੱਥੇ ਬੈਨੀਫਿਟ ਹੋਣ ਵਾਲਾ ਹੈ? 2-3 ਤਰ੍ਹਾਂ ਦੇ ਬੈਨੀਫਿਟ ਹੁੰਦੇ ਆ। ਪਹਿਲੀ ਗੱਲ ਤਾਂ ਤੁਸੀਂ ਪਾਓਗੇ ਕਿ ਜੇ ਤੁਸੀਂ ਉੱਦਾਂ ਐਕਸਰਸਾਈਜ਼ ਕਰਦੇ ਹੋ, ਜੇ ਤੁਸੀਂ 10 ਵਾਰੀ ਕਰਕੇ ਥੱਕ ਜਾਂਦੇ ਹੋ ਤਾਂ ਮੰਤਰ ਜਾਪ ਦੇ ਨਾਲ ਕਰਾਂਗੇ ਅਸੀਂ ਤਾਂ 20 ਵਾਰੀ ਕਰ ਲਾਂਗੇ। ਉਹ ਮੰਤਰ ਜਾਪ ਦੇ ਨਾਲ ਕੀ ਹੁੰਦਾ ਕਿ ਆਮ ਤੌਰ 'ਤੇ ਸਾਡੀ ਐਨਰਜੀ ਨੂੰ ਕੌਣ ਡਿਸੀਪੇਟ ਕਰ ਰਿਹਾ ਹੁੰਦਾ, ਕੌਣ ਖੰਡਾ ਰਿਹਾ ਹੁੰਦਾ? ਸਾਡੇ ਵਿਚਾਰ ਖੰਡਾਉਂਦੇ ਆ। ਅਤੇ ਜਦੋਂ ਆਪਾਂ ਮੰਤਰ ਜਾਪ ਕਰ ਰਹੇ ਹਾਂ ਤਾਂ ਵਿਚਾਰ ਮਾਈਨਸ ਹੋ ਜਾਂਦੇ ਆ। ਸੋ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਮੰਤਰਾਂ ਦੀ ਸ਼ਕਤੀ ਹੈ ਧਾਰਮਿਕ ਸ਼ਬਦਾਵਲੀ 'ਚ। ਪਰ ਜੇ ਸਾਇੰਟੀਫਿਕਲੀ ਦੇਖੀਏ ਤਾਂ ਕੀ ਹੁੰਦਾ ਕਿ ਜਦੋਂ ਤੁਹਾਡੇ ਜਿਹੜੇ ਨੈਗੇਟਿਵ ਥਾਟਸ ਨੇ,
ਤੁਹਾਡੇ ਥਾਟਸ ਦਾ ਜਿਹਨੂੰ ਕਹਿੰਦੇ ਜਮ ਘਟਾ, ਉਹ ਤੁਹਾਡੀ ਊਰਜਾ ਖਾ ਰਿਹਾ ਹੁੰਦਾ ਅਤੇ ਤਾਂ ਕਰਕੇ ਤੁਹਾਨੂੰ 10 ਵਾਰੀ ਕਰਕੇ ਥੱਕ ਜਾਓਗੇ ਤੁਸੀਂ। ਲੇਕਿਨ ਜਦੋਂ ਉਹ ਜਮ ਘਟਾ ਵਾਹਿਗੁਰੂ ਮੰਤਰ ਜਦੋਂ ਕਰਦੇ ਹਾਂ ਆਪਾਂ, ਜਾਂ ਕੋਈ ਵੀ ਮੰਤਰ ਕਰਦੇ ਹਾਂ ਆਪਾਂ, ਤਾਂ ਉਹ ਜਿਹੜਾ ਜਮ ਘਟਾ ਉਹ ਮਾਈਨਸ ਹੋ ਜਾਂਦਾ। ਉਹ ਥਾਟਸ ਮੰਤਰ ਜਾਪ ਵੇਲੇ ਥਾਟਸ ਨਹੀਂ ਹੋਣਗੇ, ਥਾਟਸ ਹੋ ਨਹੀਂ ਸਕਦੇ, ਦੋਨੋਂ ਗੱਲਾਂ ਇਕੱਠੀਆਂ ਚੱਲਦੀਆਂ ਨਹੀਂ ਹੈ। ਤਾਂ ਉਹ ਜੋ ਥਾਟਸ ਮਾਈਨਸ ਹੋ ਗਏ ਤਾਂ ਤੁਹਾਡੀ એનર્ਜੀ ਜਿਹੜੀ ਬਚ ਗਈ, ਉਹ ਜਦੋਂ એનર્ਜੀ ਬਚੀ ਤਾਂ ਉਹ ਤੁਹਾਨੂੰ ਫਿਰ ਉਹ ਥਕਾਵਟ ਨਹੀਂ ਹੋਣ ਦੇਗੀ। ਸੋ ਇੱਕ ਤਾਂ ਇਹ ਬੈਨੀਫਿਟ ਹੈ। ਦੂਸਰਾ ਬੈਨੀਫਿਟ ਜਿਹੜਾ ਹੈਗਾ ਜਿਹੜਾ ਆਪਾਂ ਉਹੀ ਹੈ ਕਿ ਜਦੋਂ ਵਿਚਾਰ ਮਾਈਨਸ ਹੁੰਦੇ ਆ ਜਾਂ ਵਿਚਾਰਾਂ ਦਾ ਟ੍ਰੈਫਿਕ ਘਟਦਾ, ਤਾਂ ਜਿੱਦਾਂ ਆਪਾਂ ਜੇ ਐਗਜ਼ਾਮਪਲ ਲਈਏ ਤਾਂ ਸਭ ਨੇ ਦੇਖਿਆ ਕਿ ਜਦੋਂ ਟ੍ਰੈਫਿਕ ਜੈਮ ਹੁੰਦਾ ਤਾਂ ਕਿੱਦਾਂ ਹੁੰਦਾ, ਕੋਈ ਧੱਕੇ ਨਾਲ ਇੱਧਰੋਂ ਵੜ ਰਿਹਾ, ਕੋਈ ਧੱਕੇ ਨਾਲ ਇੱਧਰੋਂ ਵੜ ਰਿਹਾ, ਕੋਈ ਧੱਕੇ ਨਾਲ ਇੱਧਰ ਵੜ ਰਿਹਾ। ਉਹ ਜੇ ਉਹ ਨਾ ਵੜਨ ਤਾਂ ਟ੍ਰੈਫਿਕ ਬੜੇ ਆਰਾਮ ਨਾਲ ਚੱਲਦਾ ਰਹਿ ਸਕਦਾ। ਟ੍ਰੈਫਿਕ ਕੋਈ ਜ਼ਿਆਦਾ ਨਹੀਂ ਹੁੰਦਾ, ਇਹ ਨਹੀਂ ਵੀ ਕਿ ਟ੍ਰੈਫਿਕ ਜ਼ਿਆਦਾ ਹੋ ਗਿਆ, ਲੇਕਿਨ ਟ੍ਰੈਫਿਕ ਦੇ ਅਗੜ ਦੁਗੜਾਪਨ ਆ ਗਿਆ ਜਿਹਦੇ ਕਰਕੇ ਉਹ ਜਾਮ ਹੋ ਗਿਆ। ਹਰ ਕੋਈ ਚਾਹੁੰਦਾ ਵੀ ਮੈਂ ਅੱਗੇ ਲੰਘ ਜਾਵਾਂ। ਹਾਂ, ਮਤਲਬ ਉਹ ਅਗੜ ਦੁਗੜਾਪਨ ਜਿਹੜਾ ਹੈ ਜੈਮ ਦਾ ਕਾਰਨ ਉਹ ਹੈ, ਨਾ ਕਿ ਟ੍ਰੈਫਿਕ ਦਾ ਓਵਰ ਹੋਣਾ। ਟ੍ਰੈਫਿਕ ਸੇਮ ਹੀ ਸੀਗਾ, ਲੇਕਿਨ ਉਹਦੇ ਅੰਦਰ ਕੋਈ ਸਿਸਟਮ ਨਹੀਂ ਸੀਗਾ, ਉਹਦੇ ਅੰਦਰ ਕੋਈ ਆਰਗੇਨਾਈਜੇਸ਼ਨ ਨਹੀਂ ਸੀ, ਡਿਸਆਰਗੇਨਾਈਜ਼ ਸੀ। ਉਹ ਸੇਮ ਥਾਟਸ ਦਾ ਹੁੰਦਾ। ਜੇ ਤੁਹਾਡੇ ਥਾਟ ਆਰਗੇਨਾਈਜ਼ਡ ਨੇ ਤਾਂ ਤੁਸੀਂ ਬਹੁਤ ਵਧੀਆ ਕ੍ਰੀਏਟਿਵ ਕੰਮ ਕਰੋਗੇ। ਤੁਸੀਂ ਸਾਹਮਣੇ ਕਿਸੇ ਵੀ ਬੰਦੇ ਨਾਲ ਡੀਲ ਕਰ ਰਹੇ ਹੋ, ਡਾਕਟਰ ਪੇਸ਼ੈਂਟ ਨਾਲ ਡੀਲ ਕਰ ਰਿਹਾ, ਤੁਸੀਂ ਆਪਣੀ ਫੈਮਿਲੀ 'ਚ ਹਸਬੈਂਡ ਵਾਈਫ ਆਪਸ 'ਚ ਡੀਲ ਕਰ ਰਹੇ ਹੋ, ਤੁਸੀਂ ਬੱਚਿਆਂ ਨਾਲ ਡੀਲ ਕਰ ਰਹੇ ਹੋ। ਇਹ ਡਿਪੈਂਡ ਕਰੇਗਾ ਕਿ ਤੁਹਾਡੇ ਥਾਟਸ ਜਿਹੜੇ ਨੇ ਉਹਦੇ ਅੰਦਰ ਕੋਈ ਸਿਸਟਮ ਹੈ, ਕੋਈ ਆਰਗੇਨਾਈਜੇਸ਼ਨ ਹੈ। ਤੁਸੀਂ ਪਾਓਗੇ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ, ਜਦੋਂ ਤੁਸੀਂ ਉਹਨਾਂ ਦੇ ਘਰਾਂ 'ਚ ਜਾਓਗੇ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਊਗੀ, ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਗੱਲਬਾਤ ਕਰਨ ਦਾ ਸਲੀਕਾ, ਇੱਕ ਦੂਜੇ ਨੂੰ ਬੁਲਾਉਣ ਦਾ ਸਲੀਕਾ, ਇੱਕ ਦੂਜੇ ਪ੍ਰਤੀ ਰਿਸਪੈਕਟ, ਪਿਆਰ, ਵਿਚਾਰਾਂ ਦਾ ਵਟਾਂਦਰਾ ਕਰਨ ਲੱਗਿਆਂ ਇੱਕ ਦੂਜੇ ਪ੍ਰਤੀ ਇੱਕ ਨਮਰਤਾ ਦਾ ਤਾਂ ਹਰ ਚੀਜ਼ ਤੁਹਾਨੂੰ ਲੱਗੇਗੀ ਕਿ ਇਹ ਪਰਿਵਾਰ ਬੜਾ ਹੋ ਜਾਏਗਾ ਕਿ ਸਾਰੇ ਪਰਿਵਾਰ ਜਿਹੜਾ ਕਲਾਕਾਰਾਂ ਦਾ ਪਰਿਵਾਰ ਹੈ। ਦੂਜੇ ਪਾਸੇ ਹੋਊਗਾ ਕਿ ਕੋਈ ਇੱਧਰੋਂ ਉਹ ਬੋਲੀ ਜਾ ਰਿਹਾ, ਕੋਈ ਉਹ ਬੋਲੀ ਜਾ ਰਿਹਾ, ਉਹਨੂੰ ਕੋਈ ਪੁੱਠਾ ਬੋਲ ਰਿਹਾ, ਕੋਈ ਸਿੱਧਾ ਬੋਲ ਰਿਹਾ। ਤਾਂ ਉਹ ਕਾਹਦਾ ਰਿਜ਼ਲਟ ਕਾਹਦਾ ਹੁੰਦਾ ਕਿ ਉਹਨਾਂ ਦੇ ਆਪਣੇ ਵਿਚਾਰ ਜਿਹੜੇ ਨੇ ਅੰਦਰ ਡਿਸਆਰਗੇਨਾਈਜ਼ਡ ਨੇ, ਉਹਨਾਂ ਨੂੰ ਸਮਝ ਨਹੀਂ, ਬੈਲੈਂਸ ਨਹੀਂ ਹੈ, ਸੰਤੁਲਨ ਨਹੀਂ ਹੈ ਉਹਦਾ। ਤਾਂ ਇਹੀ ਗੱਲ ਜਿਹੜੇ ਵਿਚਾਰਾਂ ਦਾ ਹੁੰਦਾ। ਅਤੇ ਜਦੋਂ ਵੀ ਵਿਚਾਰਾਂ ਦਾ ਟ੍ਰੈਫਿਕ ਘਟੇਗਾ ਤਾਂ ਅੰਦਰ ਵਿਚਾਰਾਂ ਦੀ ਆਰਗੇਨਾਈਜੇਸ਼ਨ ਹੋਏਗੀ, ਔਰ ਉਹਦੀ ਵਿਚਾਰਾਂ ਦੀ ਰਿਫਲੈਕਸ਼ਨ ਕਿਉਂਕਿ ਬਾਹਰ ਹੋਣੀ ਹੈ ਤਾਂ ਸੁੰਦਰਤਾ ਕ੍ਰੀਏਟ ਹੋਏਗੀ ਤੁਹਾਡੇ ਆਲੇ ਦੁਆਲੇ 'ਚ, ਤੁਹਾਡੀ ਰਿਲੇਸ਼ਨਸ਼ਿਪਸ 'ਚ, ਤੁਹਾਡੀ ਜ਼ਿੰਦਗੀ 'ਚ, ਤੁਹਾਡੇ ਕੰਮਕਾਰ 'ਚ, ਹਰ ਚੀਜ਼ 'ਚ ਤੁਹਾਡੀ ਐਫੀਸ਼ੀਐਂਸੀ ਵੱਧ ਜਾਏਗੀ। ਹਰ ਚੀਜ਼ 'ਚ ਤੁਸੀਂ ਜਿੰਨਾ ਕੰਮ ਤੁਸੀਂ ਘੰਟੇ 'ਚ ਕਰ ਪਾ ਰਹੇ ਸੀਗੇ ਪਹਿਲਾਂ ਅਗੜ ਦੁਗੜੇ ਵਿਚਾਰਾਂ ਦੇ ਨਾਲ, ਉਹ ਤੁਸੀਂ 15 ਮਿੰਟਾਂ 'ਚ ਕਰ ਲਓਗੇ। ਤਾਂ ਇਹ ਉਹਦੇ ਬੈਨੀਫਿਟਸ ਹੁੰਦੇ ਆ। ਜਿਹੜਾ ਮੈਡੀਟੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ, ਉਹਦਾ ਬੇਸਿਕ ਜਿਹੜਾ ਲੌਜਿਕ ਹੈ ਉਹ ਇਹੀ ਹੈ ਕਿ ਮੈਡੀਟੇਸ਼ਨ ਦੀ ਪ੍ਰਕਿਰਿਆ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਹੋ ਜਾਂਦੇ ਹੋ ਤਾਂ ਪਹਿਲੇ ਦਿਨ ਤੋਂ ਚੇਂਜ ਸ਼ੁਰੂ ਹੋ ਜਾਂਦੀ ਹੈ, ਪਰ ਉਹ ਚੇਂਜ ਕਈ ਵਾਰੀ ਤੁਹਾਨੂੰ ਹੋ ਸਕਦਾ ਪਹਿਲੇ ਦਿਨ ਦਿਖੇ ਨਾ, ਕਿਉਂਕਿ ਚੇਂਜ ਥੋੜ੍ਹੀ ਹੋਏਗੀ। ਲੇਕਿਨ ਤੁਸੀਂ ਹਫ਼ਤੇ ਕੁ ਬਾਅਦ ਸੋਚੋਗੇ, ਜੇ ਹਫ਼ਤਾ ਤੁਸੀਂ ਲਗਾਤਾਰ ਮੈਡੀਟੇਸ਼ਨ ਕਰ ਲਈ, ਹਫ਼ਤੇ ਕੁ ਬਾਅਦ ਤੁਹਾਨੂੰ ਪਰਸੀਵ ਹੋਣੀ ਸ਼ੁਰੂ ਹੋ ਜਾਏਗੀ ਵੀ ਹਾਂ, ਮੇਰੇ ਵਿਚਾਰਾਂ 'ਚ ਇੱਕ ਕਲਾਕਾਰੀ ਆ ਰਹੀ ਹੈ, ਇੱਕ ਠਹਿਰਾਓ ਆ ਰਿਹਾ, ਇੱਕ ਸੁਹਜ ਆ ਰਿਹਾ। ਅਤੇ ਮਹੀਨੇ ਬਾਅਦ ਤਾਂ ਤੁਹਾਨੂੰ ਬਹੁਤ ਕੁਛ ਦਿਖੇਗਾ। ਸੋ ਇਹ ਮੈਡੀਟੇਸ਼ਨ ਦੀ ਸੁੰਦਰਤਾ ਹੁੰਦੀ ਹੈ ਜਿਹੜੀ ਆਪਾਂ ਕਰਦੇ ਹਾਂ। ਅਤੇ ਉਹਦੀ ਜਿੱਦਾਂ ਆਪਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀਗੀ ਕਿ ਉਹਦੇ ਦੋ ਹੀ ਮੇਨ ਤਰੀਕੇ ਨੇ ਸਾਰੇ ਸਰੋਤਿਆਂ ਨੂੰ। ਜਿਹੜਾ ਕੋਈ ਉਲਝਣ ਦੀ ਗੱਲ ਨਹੀਂ। ਮੈਡੀਟੇਸ਼ਨ ਸੁਣ ਕੇ ਨਾ ਬਹੁਤ ਵਾਰੀ ਅਸੀਂ ਘਬਰਾ ਜਾਂਦੇ ਹਾਂ, ਵੀ ਲੈ ਯਾਰ ਮੈਡੀਟੇਸ਼ਨ ਪਤਾ ਨਹੀਂ ਕਿੱਡੀ ਔਖੀ ਗੱਲ ਹੈ, ਇਹ ਤਾਂ ਸੰਤ ਮਹਾਤਮਾ ਕਰਦੇ ਹੁੰਦੇ ਆ, ਕੋਈ ਪਹੁੰਚੇ ਪੁਰਸ਼ ਕਰਦੇ ਆ, ਮੈਂ ਤਾਂ ਆਮ ਜਿਹਾ ਬੰਦਾ, ਮੈਂ ਕਬੀਲਦਾਰ ਬੰਦਾ, ਜਿਹੜੀ ਹੈ ਸੰਸਾਰੀ ਬੰਦਾ, ਮੈਂ ਤਾਂ, ਮੇਰੇ ਵਾਸਤੇ ਤਾਂ ਰੋਗ ਨਹੀਂ ਹੈ, ਕੁਛ ਵੀ ਨਹੀਂ ਹੈ। ਬਹੁਤ ਹੀ ਸਿੰਪਲ ਹੈ। ਇਹਦੇ 'ਚ ਬਸ ਇੱਕ ਪ੍ਰਿੰਸੀਪਲ ਫੋਲੋ ਕਰਨਾ ਕਿ ਓਵਰ ਕੌਨਸ਼ੀਅਸ ਨਹੀਂ ਹੋਣਾ, ਓਵਰ ਡਿਸਪਲਿਨਡ ਨਹੀਂ ਹੋਣਾ, ਕੋਈ ਤਕਨੀਕ ਦੀ ਉਲਝਣ 'ਚ ਨਹੀਂ ਫਸਣਾ। ਇੱਕ ਬਹੁਤ ਹੀ ਇਨੋਸੈਂਟ ਬੱਚੇ ਵਾਂਗੂ ਇਹਦੇ 'ਚ ਉਤਰ ਜਾਣਾ ਅਤੇ ਬਹੁਤ ਹੀ ਇਨੋਸੈਂਟ ਬੱਚੇ ਵਾਂਗੂ ਉਹਦੇ 'ਚ ਤੈਰ ਜਾਣਾ। ਆਪਣੀ ਬਾਡੀ ਨਾਲ, ਆਪਣੇ ਵਿਚਾਰ, ਜਿਹੜੇ ਸਾਹਾਂ ਨਾਲ, ਆਪਣੇ ਮੰਤਰ ਨਾਲ ਖੇਲਣਾ, ਖੇਲਣਾ, ਗੇਮ ਖੇਲਣੀ ਹੈ। ਸੋ ਬੱਚੇ ਵਾਂਗੂ ਕਰਨਾ ਕਿ ਬਹੁਤ ਹੀ ਇਨੋਸੈਂਟਲੀ, ਬਹੁਤ ਹੀ ਪ੍ਰੇਮ ਪੂਰਵਕ। ਅਤੇ ਆਪਣੇ ਜੇ ਤੁਸੀਂ ਬਰਥ ਵਿਟਨੈਸਿੰਗ ਕਰਨੀ ਬਿਨਾਂ ਮੰਤਰ ਤੋਂ ਤਾਂ ਵੀ ਕੋਈ ਇਤਰਾਜ਼ ਨਹੀਂ, ਉਹ ਰਿਜ਼ਲਟ ਸੇਮ ਆਏਗਾ। ਲੇਕਿਨ ਕਿਉਂਕਿ ਸਾਡਾ ਇੰਡੀਅਨ ਮਾਈਂਡ ਜਿਹੜਾ ਬੇਸਿਕਲੀ ਉਹ ਰਿਲੀਜੀਅਸ ਮਾਈਂਡ ਹੈ, ਅਸੀਂ ਜਦੋਂ ਮੰਤਰ ਨਾਲ ਜੋੜ ਕੇ ਕਰਾਂਗੇ ਤਾਂ ਇਫੈਕਟ ਕਈ ਗੁਣਾ ਜ਼ਿਆਦਾ ਆਏਗਾ। ਕਿਉਂਕਿ ਮੈਂ ਬਹੁਤ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਮੈਡੀਟੇਸ਼ਨ ਜਿਹੜੀ ਹੈ ਪੇਸ਼ੈਂਟ ਨੂੰ ਸਿਖਾ ਸਕੀਏ ਅਸੀਂ, ਤਾਂ ਕਾਮਯਾਬੀ ਬਹੁਤ ਘੱਟ ਮਿਲਦੀ ਰਹੀ ਹੈ।
ਲੇਕਿਨ ਹੁਣ ਮੈਂ ਦੇਖਿਆ ਕਿ ਜਦੋਂ ਮੰਤਰਾਂ ਦੀ ਗੱਲ ਕਰਦੇ ਹਾਂ ਅਸੀਂ ਤਾਂ ਬਹੁਤ ਲੋਕ ਰਿਸੈਪਟਿਵ ਨੇ, ਬਹੁਤ ਰਿਸੈਪਟਿਵ ਨੇ, ਕਿਉਂਕਿ ਸ਼ਰਧਾ ਨਾਲ ਦੀ ਸ਼ਰਧਾ ਨਾਲ ਦੀ ਇੱਕ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋ ਜਾਂਦਾ ਕਿ ਮੈਡੀਟੇਸ਼ਨ, ਹਾਂ ਮੇਰੀ ਗੱਲ ਹੈ ਯਾਰ, ਮੰਤਰ ਜਾਪ ਤਾਂ ਮੰਤਰ ਸਿਮਰਨ ਤਾਂ ਕਰਨਾ ਹੀ ਚਾਹੀਦਾ। ਸਾਡੇ ਕਲਚਰ 'ਚ, ਸਾਡੇ ਸੱਭਿਆਚਾਰ 'ਚ ਕਿ ਪ੍ਰਮਾਤਮਾ ਦਾ ਜ਼ਿਆਦਾ ਸਿਮਰਨ ਕਰਨਾ ਬਹੁਤ ਚੰਗੀ ਗੱਲ ਹੁੰਦੀ ਹੈ। ਅਤੇ ਜੇ ਆਪਾਂ ਕੋਈ ਬ੍ਰੈਥ ਫਿਟਨੈਸਿੰਗ ਕਰਨੀ, ਅਗਲਾ ਕਹਿੰਦਾ ਸਰ ਮੈਨੂੰ ਕੀ ਮੁਸੀਬਤ ਪਈ ਹੈ, ਮੈਂ ਬ੍ਰੈਥ ਫਿਟਨੈਸਿੰਗ ਕਰਾਂ। ਤਾਂ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਜੇ ਕੋਈ ਬਹੁਤ ਕੱਟੜ ਨਾਸਕ ਨਹੀਂ ਹੈ, ਜਿਹਨੂੰ ਕੋਈ ਧਾਰਮਿਕ ਮੰਤਰ ਨਾਲ ਕੋਈ ਐਲਰਜੀ ਹੈ, ਜਿਹਨੂੰ ਐਲਰਜੀ ਉਹ ਨਾ ਕਰੋ, ਉਹ ਤੁਸੀਂ ਬ੍ਰੈਥ ਫਿਟਨੈਸਿੰਗ ਕਰ ਲਓ। ਜੇ ਤੁਹਾਨੂੰ ਕੋਈ ਮੰਤਰਾਂ ਨਾਲ ਐਲਰਜੀ ਹੈ ਤਾਂ ਇੱਕ ਜਿਹੜਾ ਮੰਤਰ ਲੈਣਾ ਸਭ ਤੋਂ प्यारा मंत्र लेना है। क्यों प्यारा मंत्र लेना अपना? मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो अननेसेसरी दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी है इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਮੰਤਰ ਜਿਹੜਾ ਹੁੰਦਾ ਹੈ ਤੁਹਾਡੇ ਬਚਪਨ ਤੋਂ ਤੁਹਾਡੇ ਇਨਗ੍ਰੇਨਡ ਹੁੰਦਾ ਹੈ। ਤੁਸੀਂ ਆਪਣੇ ਮਾਂ-ਬਾਪ ਨੂੰ, ਦਾਦਾ ਦਾਦੀ ਨੂੰ ਜਦੋਂ ਕਹਿਣ ਦਾ ਸੁਣਦੇ ਵੀ ਵਾਹਿਗੁਰੂ, ਸੱਚੇ ਪਾਤਸ਼ਾਹ, ਜਾਂ ਕੁਛ ਨਾ, ਜੇ ਹਿੰਦੂ ਪਰਿਵਾਰ 'ਚ ਆਪਣੇ ਹੇ ਕ੍ਰਿਸ਼ਨਾ, ਹਰੇ ਰਾਮਾ, ਜਾਂ ਕੁਛ ਨਾ ਕੁਛ ਬੋਲਦੇ ਆ। ਮੁਸਲਿਮ ਪਰਿਵਾਰ 'ਚ ਅੱਲਾਹੂ ਆਏਗਾ, ਅੱਲਾਹੂ, ਤਾਂ ਕ੍ਰਿਸਚਨ 'ਚ ਆਮੀਨ ਆਏਗਾ। ਤਾਂ ਕੁਛ ਨਾ ਕੁਛ ਹਰ ਪਰਿਵਾਰ ਦਾ ਬਚਪਨ ਤੋਂ ਜਿਹੜਾ ਸੁਣਦੇ ਆ ਰਹੇ ਹਾਂ ਅਸੀਂ, ਉਹੀ ਸਾਡੇ ਮਨ 'ਚ ਵਸਿਆ ਹੁੰਦਾ। ਉਹੀ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਕਿਉਂਕਿ ਉਹ ਅਸੀਂ ਇੰਨਾ ਅਸੀਂ ਰਿਪੀਟ ਕਰਨਾ ਹੈ ਕਿ ਅਲਟੀਮੇਟਲੀ ਉਹ ਸਾਨੂੰ ਸੋਚਣ ਦੀ ਲੋੜ ਨਾ ਪਵੇ ਕਿ ਮੈਂ ਮੰਤਰ ਜਾਪ ਕਰਨਾ ਹੈ। ਤੁਸੀਂ ਮੂਮੈਂਟ ਤੋਂ ਅੱਖਾਂ ਬੰਦ ਕਰੋ, ਆਟੋਮੈਟਿਕ ਸ਼ੁਰੂ ਹੋ ਜਾਏਗਾ। ਆਟੋਮੈਟਿਕ ਤੁਹਾਨੂੰ ਉਹ ਵਾਹਿਗੁਰੂ ਜਾਪ ਸ਼ੁਰੂ ਹੋ ਜਾਏਗਾ। ਉਹਦੀ ਅੱਗੇ ਤੁਸੀਂ ਕਿੰਨਾ ਉੱਚੀ ਬੋਲਣਾ ਹੈ ਉਹ ਤੁਸੀਂ ਡਿਸਾਈਡ ਕਰ ਸਕਦੇ ਹੋ, ਕਿੰਨਾ ਤੇਜ਼ੀ ਨਾਲ ਬੋਲਣਾ ਉਹ ਤੁਸੀਂ ਡਿਸਾਈਡ ਕਰ ਸਕਦੇ ਹੋ, ਲੇਕਿਨ ਮੰਤਰ ਜਾਪ ਆਟੋਮੈਟਿਕ
ਅੰਦਰ ਚੱਲਣ ਲੱਗ ਪੈਂਦਾ। ਮੂਮੈਂਟ ਤੁਸੀਂ ਅੱਖਾਂ ਬੰਦ ਕਰੋਗੇ ਤਾਂ ਮੰਤਰ ਜਾਪ ਤੁਹਾਡੇ ਅੰਦਰ ਚੱਲਣ ਲੱਗ ਪਏਗਾ। ਸੋ ਉਹ ਇਹਦਾ ਮਤਲਬ ਉਹੀ ਮੰਤਰ ਲੈਣਾ ਜਿਹੜਾ ਤੁਹਾਨੂੰ ਬਹੁਤ ਪਿਆਰਾ, ਜਿਹੜਾ ਤੁਹਾਨੂੰ ਨੇਚਰਲ ਲੱਗਦਾ। ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਕੋਈ ਦਰਦ ਹੁੰਦੀ ਹੈ, ਉਦੋਂ ਕੀ ਕਹਿੰਦੇ ਹੋ? ਜੇ ਉੱਠਣ ਸਾਰ ਤੁਹਾਡੇ ਮੂੰਹੋਂ ਕੀ ਨਿਕਲਦਾ? ਸਭ ਤੋਂ ਵਧੀਆ ਜਦੋਂ ਤੁਸੀਂ ਉੱਠਦੇ ਹੋ ਤਾਂ ਤੁਸੀਂ ਪਾਓਗੇ ਕਿ ਜਿਹੜੇ ਸਿੱਖ ਪਰਿਵਾਰ ਨੇ, ਸਿੱਖ ਪਰਿਵਾਰ 'ਚ ਪਲੇ ਜਾਂ ਇਵਨ ਹਿੰਦੂ ਪਰਿਵਾਰ ਵੀ ਜਿਹੜੇ ਸਿੱਖੀਜ਼ਮ ਨਾਲ ਜੁੜੇ ਹੋਏ ਆ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਆ, ਉਹਨਾਂ ਦੇ ਮੂੰਹ 'ਚੋਂ ਨਿਕਲਿਆ ਵਾਹਿਗੁਰੂ ਸੱਚੇ ਪਾਤਸ਼ਾਹ। ਤਾਂ ਉੱਠਣ ਸਾਰ ਪਹਿਲਾ ਲਫ਼ਜ਼ ਇਹ ਨਿਕਲੇਗਾ ਤੁਹਾਡੇ ਮੂੰਹੋਂ, ਜਾਂ ਜਦੋਂ ਬਿਮਾਰ ਹੈ ਤਾਂ ਵੀ ਇਹੀ ਨਿਕਲੇਗਾ। ਤਾਂ ਉਹ ਜਿਹੜੇ ਇਹ ਲਫ਼ਜ਼ ਹੁੰਦੇ ਆ ਇਹ ਜ਼ਿਆਦਾ ਅਸਰ ਕਰਦੇ ਆ ਫਿਰ ਇਸ ਗੱਲ ਕਿ ਅਸੀਂ ਸੋਚ ਕੇ ਚਲੇ ਕਿ ਫਲਾਣਾ ਮੰਤਰ ਮੈਂ ਜ਼ਰੂਰੀ ਜਪਣਾ, ਇਹੋ ਜਿਹਾ ਕੁਛ ਨਹੀਂ ਹੈ। ਕਿਉਂਕਿ ਯੋਗਾ ਦੀਆਂ ਟੀਚ ਕਲਾਸਿਸ 'ਚ ਅਸੀਂ ਓਮ ਦਾ ਜ਼ਿਆਦਾ ਉਚਾਰਨ ਕਰਦੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਕਿ ਜ਼ਰੂਰੀ ਕੋਈ ਆਪਾਂ ਨੇ ਓਮ 'ਤੇ ਹੀ ਸਟਿਕ। ਬਹੁਤ ਸਾਰੇ ਜਿਹੜੇ ਸਿੱਖ ਮਾਈਂਡਡ ਬੰਦੇ ਨੇ ਉਹ ਯੋਗਾ ਤੋਂ ਐਲਰਜਿਕ ਹੋ ਜਾਂਦੇ ਇਸ ਕਰਕੇ ਕਿ ਉਹਨਾਂ ਨੂੰ ਓਮ ਬੋਲਣ ਨਹੀਂ ਕਹਿਤਾ ਆਪਾਂ ਨੂੰ ਕੋਈ ਲੋੜ ਨਹੀਂ, ਆਪਾਂ ਵਾਹਿਗੁਰੂ ਵੀ ਬੋਲ ਸਕਦੇ ਹਾਂ। ਸੇਮ ਧੁਨੀ ਹੈ ਉਹਦਾ, ਇੱਥੇ ਵਿਸ਼ੁੱਧੀ ਚੱਕਰ ਦੇ ਉੱਪਰ ਕੰਠ ਤੋਂ ਨਿਕਲਣ ਵਾਲੀ ਧੁਨੀ ਹੈ ਜਿਹਨੇ ਤੁਹਾਨੂੰ ਅਫੈਕਟ ਕਰਨਾ ਹੈ, ਅਤੇ ਉਹਦਾ ਕਨੈਕਸ਼ਨ ਪਰਮਾਤਮਾ ਨਾਲ ਹੋਣਾ ਚਾਹੀਦਾ ਬਸ। ਕਿ ਉਹ ਜਿਹੜਾ ਲਫ਼ਜ਼ ਹੈ ਉਹ ਰਿਪਰੈਜ਼ੈਂਟੇਟਿਵ ਕਾਹਦਾ? ਉਹ 'ਚ ਇੱਕ ਹੋਰ ਗੱਲ 'ਤੇ ਮੈਂ ਵਾਰਨ ਕਰਦਾ ਸਾਰੇ ਦੋਸਤਾਂ ਨੂੰ ਕਿ ਜਦੋਂ ਵੀ ਮੰਤਰ ਜਪਣਾ ਹੈ ਤਾਂ ਆਮ ਤੌਰ 'ਤੇ ਕੀ ਹੁੰਦਾ ਕਿ ਸਾਡੇ ਕਿਸੇ ਗੁਰੂ ਦੀ ਮੂਰਤੀ ਆ ਜਾਂਦੀ ਹੈ ਅੱਗੇ, ਜਾਂ ਕਿਸੇ ਦੇਵੀ ਦੇਵਤੇ ਦੀ ਮੂਰਤੀ ਆ ਜਾਂਦੀ ਹੈ। ਕੋਈ ਹਰਜ ਨਹੀਂ, ਮੰਨ ਲਓ ਤੁਸੀਂ ਵਾਹਿਗੁਰੂ ਕਹਿਣ ਲੱਗੇ ਤਾਂ ਤੁਹਾਡੇ ਗੁਰੂ ਨਾਨਕ ਸਾਹਿਬ ਦੀ ਮੂਰਤੀ ਆ ਗਈ ਅੱਗੇ, ਉਹਨਾਂ ਦੀ ਸ਼ਕਲ ਸੂਰਤ ਆ ਗਈ, ਫੋਟੋ ਆ ਗਈ, ਕੋਈ ਉਹਦੇ 'ਚ ਹਰਜ ਨਹੀਂ ਹੈ। ਪਰ ਇਹਨੂੰ ਲੰਬਾ ਸਮਾਂ ਮੂਰਤੀ ਨੂੰ ਟਿਕਣ ਨਾ ਦਿਓ ਬਹੁਤਾ। ਕਿਉਂਕਿ ਮੂਰਤੀ ਫਿਰ ਅੜਿੱਕਾ ਬਣ ਜਾਏਗੀ ਇੱਕ ਲੈਵਲ ਤੋਂ ਬਾਅਦ, ਕਿਉਂਕਿ ਤੁਸੀਂ ਡਾਇਰੈਕਟਲੀ ਪਰਮਾਤਮਾ ਨਾਲ ਐਡਰੈਸ ਕਰ ਰਹੇ ਹੋ, ਪਰਮਾਤਮਾ ਨੂੰ ਐਡਰੈਸ ਕਰ ਰਹੇ ਹੋ, ਅਤੇ ਪਰਮਾਤਮਾ ਦਾ ਆਕਾਰ ਹੈ, ਉਹ ਕਾਰ ਨਹੀਂ ਹੈ। ਉਹ ਗੁਰੂ ਸਾਹਿਬ ਸਾਡੇ ਗੁਰੂ ਨੇ, ਉਹਨਾਂ ਨੇ ਸਾਨੂੰ ਪਰਮਾਤਮਾ ਨਾਲ ਜੁੜਨਾ ਸਿਖਾਇਆ। ਲੇਕਿਨ ਜੇ ਆਪਾਂ ਉਹਨਾਂ 'ਤੇ ਫਿਕਸ ਕਰ ਲਾਂਗੇ ਕਿਸੇ ਮੂਰਤੀ ਦੇ ਉੱਪਰ ਤਾਂ ਫਿਰ ਉਹ ਜਿਹੜਾ ਉਹ ਅੜਿੱਕਾ ਬਣ ਜਾਏਗਾ। ਤਾਂ ਇਸ ਕਰਕੇ ਕਿਸੇ ਵੀ ਮੂਰਤੀ ਨੂੰ, ਕਿਸੇ ਵੀ ਫੋਟੋ ਨੂੰ, ਕਿਸੇ ਵੀ ਗੁਰੂ ਸਾਹਿਬਾਨ ਦਾ ਜਿਹੜਾ ਚਿਹਰਾ ਮੋਹਰਾ ਉਹਨੂੰ ਆਰਜੀ ਤੌਰ 'ਤੇ ਠੀਕ ਹੈ, ਲੇਕਿਨ ਉਹਨੂੰ ਚੇਤਨ ਤੌਰ 'ਤੇ ਫਿਰ ਛੱਡ ਕੇ ਆਕਾਰ 'ਤੇ ਜਾਣਾ। ਆਕਾਰ ਜਿਹੜਾ ਉਹ ਊਰਜਾ ਖੁਦ ਜਿਹੜਾ ਹੈ, ਜਿਹੜਾ ਹਿਊਜ ਫੀਲਡ ਹੈ, ਉਹ ਖੁਦ ਪਰਮਾਤਮਾ ਹੈ। ਉਹ ਖੁਦ ਪਰਮਾਤਮਾ 'ਤੇ ਜਾਣ 'ਚ ਫਿਰ ਉਹ ਫੋਟੋ ਜਾਂ ਉਹ ਅੜਿੱਕਾ ਨਹੀਂ ਬਣਨੀ ਚਾਹੀਦੀ। ਉਹ ਅੜਿੱਕਾ ਬਣੇਗੀ ਤਾਂ ਫਿਰ ਥੋੜ੍ਹਾ ਜਿਹਾ ਉੱਤੇ ਲੰਬਾ ਟਾਈਮ ਲੱਗ ਜਾਏਗਾ। ਹੁੰਦਾ ਕੁਛ ਨਹੀਂ, ਨੁਕਸਾਨ ਕੋਈ ਨਹੀਂ ਹੈ ਉਹਦਾ, ਰਾਦਰ ਫਾਇਦਾ ਵੀ ਹੋ ਸਕਦਾ ਕੁਛ ਲੋਕਾਂ ਨੂੰ, ਲੇਕਿਨ ਉਹ ਤੋਂ ਚੇਤਨ ਰਹਿਣਾ ਥੋੜ੍ਹਾ ਜਿਹਾ। ਡਾਕਟਰ ਸਾਹਿਬ ਬੜੇ ਪਿਆਰੇ ਢੰਗ ਨਾਲ ਤੁਸੀਂ ਇਹ ਸਾਰੀਆਂ ਚੀਜ਼ਾਂ ਸਮਝਾਈਆਂ ਨੇ, ਪਰ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਵਿਚਾਰ ਵੀ ਆ ਰਿਹਾ ਹੋਣਾ ਵੀ ਇਹ ਉਹ ਚੀਜ਼ਾਂ ਨੇ ਜਿਹੜੀ ਆਪਣੇ ਵਿਚਾਰਾਂ ਦੀ ਸ਼ੁੱਧੀ ਕਰ ਰਹੀ ਹੈ, ਆਪਾਂ ਨੂੰ ਜੀਵਨ ਜਾਂਚ ਆਪਣੀ ਜਿਹੜੀ ਹੈ ਉਹ ਠੀਕ ਕਰ ਰਹੀ ਹੈਗੀ। ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਵੀ ਆਉਂਦਾ ਹੋਏਗਾ ਕਿ ਕੀ ਇਹਦੇ ਨਾਲ ਜੋ ਅਸੀਂ ਐਕਸਰਸਾਈਜ਼ਾਂ ਕਰ ਰਹੇ ਹਾਂ ਇਹਦੇ ਨਾਲ ਕੁਝ ਪਰਟੀਕੂਲਰ ਬਿਮਾਰੀਆਂ ਵੀ ਠੀਕ ਹੋਣਗੀਆਂ? ਮਾਨਸਿਕ ਤੌਰ 'ਤੇ ਤਾਂ ਹੈਗਾ, ਕੁਝ ਪਰਟੀਕੂਲਰ ਬਿਮਾਰੀ, ਹਰ ਬੰਦਾ ਇਹ ਸੋਚਦਾ ਮੈਨੂੰ ਆਹ ਰੋਗ ਹੈ ਕਿ ਮੈਨੂੰ ਇਹਦੇ ਵਿੱਚੋਂ ਕੁਝ ਫਾਇਦਾ ਹੋਏਗਾ। ਜਿਹੜੇ ਵੀ ਬੰਦੇ ਦੇਖਣਗੇ ਉਹ ਆਪਣੇ ਨਾਲ ਜੋੜ ਕੇ ਇਸ ਨੂੰ ਵੇਖਣਗੇ ਕਿ ਮੇਰੇ ਰੋਗ ਦੇ ਵਿੱਚ ਇਸ ਨੂੰ ਫਾਇਦਾ ਹੋ ਰਿਹਾ। ਮੈਂ ਇਹ ਜਾਣਨਾ ਚਾਹੁੰਦਾ। ਦੇਖੋ, ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਵਾਰਨ ਕਰਦਾ ਸਾਰੇ ਦੋਸਤਾਂ ਨੂੰ ਕਿ ਬਿਮਾਰੀਆਂ ਦਾ ਕੋਈ ਅੱਡ ਖਾਨੇ ਨਹੀਂ ਬਣੇ ਹੋਏ ਸਰੀਰ ਦੇ ਅੰਦਰ। ਸਰੀਰ ਦੇ ਅੰਦਰ ਸਿਹਤ ਹੈ ਜਾਂ ਨਹੀਂ ਹੈ, ਸਿਹਤ ਹੈ ਜਾਂ ਸਿਹਤ ਡਿਸਟਰਬਡ ਹੈ ਜਾਂ ਲੋ ਹੈ। ਉਹ ਸਿਹਤ ਦਾ ਮਤਲਬ ਕੀ ਹੈ ਕਿ ਤੁਹਾਡੀ ਜਿਹੜੀ ਜੀਵਨੀ ਊਰਜਾ ਹੈ, ਤੁਹਾਡੀ ਜਿਹੜੀ ਪ੍ਰਾਣ ਊਰਜਾ ਹੈ, ਤੁਹਾਡੇ ਜਿਉਣ ਦੀ ਸ਼ਕਤੀ ਹੈ ਜਿਹੜੀ, ਉਹ ਕਿੰਨੀ ਪਾਵਰਫੁੱਲ ਹੈ, ਸਿਹਤ ਉਹ ਹੈ। ਤਾਂ ਸਿਹਤ ਹੈਗੀ ਹੈ ਤਾਂ ਬਿਮਾਰੀ ਨਹੀਂ ਹੈ। ਜੇ ਬਿਮਾਰੀ ਉਦੋਂ ਹੀ ਆਉਂਦੀ ਜਦੋਂ ਸਿਹਤ ਪ੍ਰਾਣ ਊਰਜਾ ਜਿਹੜੀ ਹੈ, ਜੀਵਨੀ ਊਰਜਾ ਕਮਜ਼ੋਰ ਪੈ ਜਾਂਦੀ ਹੈ, ਉਦੋਂ ਬਿਮਾਰੀ ਆਉਂਦੀ ਹੈ। ਅਤੇ ਇਸ ਕਰਕੇ ਅਸੀਂ ਜਿਹੜਾ ਇੱਕ ਸਾਰਾ ਕੰਮ ਕਰਨਾ ਹੈ, ਇਹ ਊਰਜਾ ਨੂੰ ਪ੍ਰਚੰਡ ਕਰਨਾ ਹੈ। ਅਤੇ ਜਦੋਂ ਊਰਜਾ ਪ੍ਰਚੰਡ ਹੋਈ ਤਾਂ ਬਿਮਾਰੀ ਦੇ ਸਾਹਮਣੇ ਟਿਕ ਨਹੀਂ ਸਕਦੀ। ਇਸ ਤਰ੍ਹਾਂ ਜਦੋਂ ਕਮਰੇ 'ਚ ਦੀਵਾ ਜਗਾ ਦਈਏ ਤਾਂ ਆਪਾਂ ਹਨੇਰੇ ਨੂੰ ਬਾਹਰ ਭਜਾਉਣਾ ਨਹੀਂ ਪੈਂਦਾ। ਆਪਾਂ ਕਿ ਹਨੇਰੇ ਨੂੰ ਸੋਟੀਆਂ ਮਾਰਨੀਆਂ ਸ਼ੁਰੂ ਕਰ ਦਈਏ ਵੀ ਭੱਜ, ਇੱਥੋਂ ਭੱਜੇਗਾ। ਉਹਦਾ ਇੱਕੋ ਤਰੀਕਾ ਹੈ, ਜੇ ਹਨੇਰੇ ਨੂੰ ਭਜਾਉਣਾ ਤਾਂ ਦੀਵਾ ਜਗਾ ਦਿਓ, ਤਾਂ ਦੀਵਾ ਜਗੇਗਾ ਤਾਂ ਹਨੇਰਾ ਆਪਣੇ ਆਪ ਭੱਜੇਗਾ। ਸੋ ਸਿਹਤ ਆਏਗੀ। ਅੱਜ ਸਿਹਤ ਦੀ ਅਗਰ ਜਿਉਣ ਸ਼ਕਤੀ ਜਿਹੜੀ ਪ੍ਰਚੰਡ ਹੋ ਜਾਏਗੀ, ਤੀਬਰ ਹੋ ਜਾਏਗੀ, ਭਾਂਬੜ ਮਲ ਕੇ ਬਣ ਕੇ ਬਚੇਗੀ, ਤਾਂ ਉਹ ਬਿਮਾਰੀ ਨਹੀਂ, ਉਹਦੇ ਸਾਹਮਣੇ ਬਿਮਾਰੀ ਟਿਕ ਹੀ ਨਹੀਂ ਸਕਦੀ। ਸੋ ਇੱਕ ਤਾਂ ਗੱਲ ਇਸ ਕਿ ਕਦੇ ਵੀ ਬਿਮਾਰੀਆਂ ਦੀ ਟਰਮ 'ਚ ਨਾ ਸੋਚੋ। ਬਿਮਾਰੀ ਹੈਗੀ ਵੀ ਹੈ ਤਾਂ ਜਿਹੜਾ ਅਸੀਂ ਕੰਮ ਕਰਨਾ ਉਹ ਬਿਮਾਰੀ ਸਿੱਧਤ ਨਹੀਂ ਹੈ, ਉਹ ਸਿਹਤ ਸਿੱਧਤ ਹੈ ਕਿ ਸਿਹਤ ਦੇ ਉੱਪਰ ਕੇਂਦਰਿਤ ਹੈ। ਬਹੁਤ ਵਾਰੀ ਅਸੀਂ ਜਦੋਂ ਉਹ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਗੱਲ ਜਿਹੜੀ ਪੂਰੀ ਸਮਝ ਨਹੀਂ ਆਉਂਦੀ। ਦੂਸਰੀ ਗੱਲ ਜਿਹੜੀ ਹੈਗੀ ਐਕਸਰਸਾਈਜ਼ਸ ਦੀ। ਸਰੀਰ ਮਨ ਇਹ ਦੋ ਇੱਕੋ ਹੀ ਸਿੱਕੇ ਦੇ ਦੋ ਪਾਸੇ ਹੈ, ਦੋ ਨਹੀਂ ਹੈ ਇਹ। ਸਰੀਰ ਤੇ ਮਨ
ਇੱਕ ਸਿੱਕੇ ਦੇ ਦੋ ਪਾਸੇ ਨੇ ਤੇ ਇਹ ਦੋਨਾਂ ਨੂੰ ਦਾ ਕੰਟਰੋਲ ਊਰਜਾ ਕੋਲੇ ਆ, ਜਿਹੜੀ ਉੱਪਰ ਊਰਜਾ ਸਾਡੇ ਤੋਂ ਕਾਸਮਿਕ ਊਰਜਾ। ਤਾਂ ਸਰੀਰ ਦਿਖਣ ਵਾਲੀ ਚੀਜ਼ ਹੈ, ਦਿਖ ਰਹੀ ਆ, ਸਿਹਤ ਹੈ ਜਿਹੜੀ ਸਰੀਰਕ ਸਿਹਤ। ਮਨ ਦਿਸਣ ਵਾਲੀ ਚੀਜ਼ ਨਹੀਂ ਹੈ, ਉਹ ਦਿਸਦੀ ਨਹੀਂ ਹੈ, ਲੇਕਿਨ ਬੜੀ ਡਿਸਟਰਬਿੰਗ ਕਰਦੀ ਹੈ। ਮੈਂ ਹੁਣੇ 2 ਮਰੀਜ਼ਾਂ ਨੂੰ ਡੀਲ ਕਰਕੇ ਆਇਆ, ਮੇਰੀ ਤੋਬਾ ਹੋ ਗਈ ਉਹਨਾਂ ਨਾਲ, ਜੋ ਮੇਰੀ ਊਰਜਾ ਲੱਗੀ ਉੱਥੇ। ਤੇ ਮੈਨੂੰ ਲੱਗ ਰਿਹਾ ਸੀ ਵੀ ਅਸੀਂ ਹੁਣ ਰਿਕਾਰਡਿੰਗ ਨਹੀਂ ਕਰ ਸਕਾਂਗੇ, ਕਿਉਂਕਿ 2 ਮਰੀਜ਼ਾਂ ਨੂੰ ਜੋ ਸਮਝਾਉਣ ਤੇ ਜਿੰਨਾ ਮੈਨੂੰ ਬੋਲਣਾ ਪਿਆ ਤੇ ਜਿੰਨਾ ਮੈਨੂੰ ਜ਼ੋਰ ਲੱਗਿਆ ਮੇਰਾ, ਤਾਂ ਉਹ ਕਿਉਂਕਿ ਉਹਨਾਂ ਦੇ ਥਾਟਸ ਇੰਨੇ ਜ਼ਿਆਦਾ ਡਿਸਅਰੇਂਜ ਸੀਗੇ, ਇੰਨੇ ਜ਼ਿਆਦਾ ਸਕੈਟਰਡ ਥਾਟ ਸੀਗੇ ਕਿ ਉਹਨਾਂ ਨੂੰ ਮੈਨੂੰ ਕੱਲੀ ਗੱਲ ਸਮਝਾਉਣ 'ਚ ਮੇਰਾ ਪੂਰਾ, ਜਿਹਨੂੰ ਕਹਿੰਦੇ ਆ, ਢਿੱਲ ਤੱਕ ਦਾ ਜ਼ੋਰ ਲੱਗ ਗਿਆ। ਤਾਂ ਉਹ ਜਿਹੜੀ ਥਾਟਸ ਹੁੰਦੇ ਨੇ, ਇੱਕ ਗੱਲ ਯਾਦ ਰੱਖਣੀ ਹੈ ਕਿ ਥਾਟਸ ਦਿਖਦੇ ਨਹੀਂ ਹੈ, ਪਰ ਜੇ ਉਹ ਆਰਗੇਨਾਈਜ਼ ਨਹੀਂ ਹੈ ਤਾਂ ਬੜੇ ਪਾਵਰਫੁਲ ਨੇ। ਉਹ ਤੁਹਾਡੇ ਸਰੀਰ ਨੂੰ ਵੀ ਬਿਮਾਰ ਕਰ ਦੇਣਗੇ, ਤੁਹਾਡੇ ਸਰੀਰ ਨੂੰ ਵੀ ਬਿਮਾਰ ਕਰ ਦੇਣਗੇ। ਥਾਟਸ ਸਰੀਰ ਨੂੰ ਬਿਮਾਰ ਕਰ ਸਕਦੇ ਆ, ਉਹਦੇ 'ਚ ਪਾਵਰ ਹੈ ਨਹੀਂ ਕਿ ਜੇ ਉਹ ਠੀਕ ਦਿਸ਼ਾ 'ਚ ਨਹੀਂ ਚੱਲ ਰਹੇ ਠੀਕ ਢੰਗ ਨਾਲ। ਜਿੱਦਾਂ ਤੁਸੀਂ ਕਿਤੇ ਕਮਰੇ ਦੇ ਅੰਦਰ ਸਾਰਾ ਸਮਾਨ ਖੰਡਾ ਦਿਓ ਕਿਤੇ, ਤਾਂ ਕਿੱਦਾਂ ਦਾ ਲੱਗੇਗਾ, ਤੇ ਜੇ ਚੰਗੀ ਤਰ੍ਹਾਂ ਸ਼ੈਲਫਾਂ 'ਚ ਚਿਣ ਦਿਓ ਤਾਂ ਕਿੱਦਾਂ ਦਾ ਲੱਗੇਗਾ। ਤਾਂ ਉੱਦਾਂ ਦੀ ਸਥਿਤੀ ਹੁੰਦੀ ਹੈ ਥਾਟਸ ਦੀ। ਸੋ ਥਾਟਸ ਅਗਰ ਵੈਲ ਆਰਗੇਨਾਈਜ਼ਡ ਨੇ, ਉਹ ਆਰਟਿਸਟਿਕਲੀ ਅਰੇਂਜਡ ਨੇ, ਉਹ ਤੁਹਾਡੇ ਆਪਣੀ ਥਾਂ 'ਤੇ ਸੰਤੁਲਨ ਬਣਾਏ ਹੋਏ ਆ, ਤਾਂ ਤੁਸੀਂ ਸਿਹਤਮੰਦ ਹੋਵੋਗੇ। ਜੇ ਉਹ ਸੰਤੁਲਨ ਵਿਗੜਿਆ ਹੋਇਆ ਤਾਂ ਬਿਮਾਰੀ ਹੋਏਗੀ। ਬਿਮਾਰੀ ਪਹਿਲਾਂ ਮਾਨਸਿਕ ਰੂਪ 'ਚ ਆਏਗੀ, ਮਗਰ ਸਿਹਤ ਦੇ ਰੂਪ 'ਚ ਵੀ ਆਏਗੀ, ਕਿਉਂਕਿ ਮਨ ਅਤੇ ਸਿਹਤ ਅਲੱਗ-ਅਲੱਗ ਨਹੀਂ ਹੈਗੇ। ਉਹਨਾਂ ਮਰੀਜ਼ਾਂ 'ਚ ਬੜਾ ਹੀ ਸਪਸ਼ਟ ਸੀਗਾ ਕਿ ਕਿਵੇਂ ਹੈ ਤਾਂ ਥਾਟਸ ਡਿਸਰੇਂਜ ਨੇ। ਕਦੀ ਉਹ ਬੰਦਾ ਉਹਦਾ ਧੜਕਣ ਜ਼ਿਆਦਾ ਵੱਧ ਰਹੀ ਹੈ, ਕਦੀ ਉਹ ਕੰਬ ਰਿਹਾ ਹੋ ਗੁੱਸੇ 'ਚ, ਕਦੀ ਕੁਛ ਨਾ ਕੁਛ, ਕਦੀ ਰੋ ਰਿਹਾ ਫਿਜ਼ੀਕਲੀ ਤਾਂ ਕੁਛ ਨਾ, ਤਾਂ ਸਰੀਰਕ ਸਿੰਪਟਮ ਆਉਣਗੇ। ਤਾਂ ਇਸ ਕਰਕੇ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਜਦੋਂ ਸਾਡਾ ਸਰੀਰ ਬਣਿਆ, ਜਿਹੜਾ ਐਕਸਰਸਾਈਜ਼ ਜਿਹੜਾ ਬਣਿਆ, ਸਾਡਾ ਸਰੀਰ ਬਣਿਆ ਹੋਇਆ ਬਹੁਤ ਪਾਵਰਫੁਲ ਮਸਲ ਮੂਵਮੈਂਟ 'ਤੇ, ਕਿਉਂਕਿ ਸਾਡਾ ਸਰੀਰ ਜਿਹੜਾ ਹੈ, ਜਿੱਦਾਂ ਦਾ ਢਾਂਚਾ ਸਾਡਾ ਢਾਂਚਾ ਤਾਂ ਬਹੁਤ ਹੀ ਸਾਨੂੰ ਕੁਦਰਤ ਨੇ, ਪ੍ਰਮਾਤਮਾ ਨੇ ਜਦੋਂ 4 ਲੱਤਾਂ ਤੋਂ ਖੜਾ ਕਰਕੇ 2 ਲੱਤਾਂ 'ਤੇ ਖੜਾ ਕੀਤਾ, ਤਾਂ ਉਹਦੀ ਇੱਕ ਬਹੁਤ ਵੱਡੀ ਕੀਮਤ ਚੁਕਾਉਣੀ ਸੀ। ਕਿਉਂ? ਪ੍ਰਮਾਤਮਾ ਨੇ ਸਾਡੇ ਹੱਥ ਫ੍ਰੀ ਕਰਤੇ। ਕਿੱਡੀ ਵੱਡੀ ਇੱਕ ਐਵੋਲੂਸ਼ਨਰੀ ਜੰਪ ਸੀਗਾ ਇਹ, ਕਿ 4 ਚਪਾਇਆ ਜਿਹੜਾ 4 ਲੱਤਾਂ 'ਤੇ ਤੁਰਦਾ ਹੋਇਆ ਬੰਦਾ, ਜਿਹਦੇ ਕੋਲ ਹੱਥ ਫ੍ਰੀ ਨਹੀਂ ਹੈਗੇ, ਉਹ ਕਿੰਨਾ ਹੈਂਡੀਕੈਪਡ ਆ, ਉਹ ਕਿ ਉਹ ਕੁਛ ਨਹੀਂ ਕਰ ਸਕਦਾ, ਉਹ ਖੁਰਕ ਨਹੀਂ ਸਕਦਾ, ਉਹ ਕੋਈ ਪੱਤੇ ਤੋੜ ਨਹੀਂ ਸਕਦਾ, ਕੁਛ ਨਹੀਂ ਕਰ ਸਕਦਾ। ਲੇਕਿਨ ਅਸੀਂ ਆਪਣੇ ਹੱਥਾਂ ਨਾਲ ਸਭ ਕੁਝ ਕਰ ਸਕਦੇ ਹਾਂ। ਅਤੇ ਉਹ ਨੂੰ ਸਿੱਧਾ ਕਰਤਾ ਤਾਂ ਸਪਾਈਨ ਸਿੱਧੀ ਹੋ ਗਈ ਸਾਡੀ। ਹੁਣ ਸਾਰੇ ਦਾ ਸਾਰਾ ਇੱਕ ਡਿਫਰੈਂਟ, ਸਾਰਾ ਢਾਂਚਾ ਹੀ ਡਿਫਰੈਂਟ ਹੋ ਗਿਆ ਚੁਪਾਏ ਨਾਲੋਂ। 4 ਲੱਤਾਂ 'ਤੇ ਖੜੇ ਹੋਣ ਵਾਲੇ ਵਿਅਕਤੀ ਨਾਲ 4 ਲੱਤਾਂ 'ਤੇ ਸਟੇਬਿਲਿਟੀ ਸੀ ਬਹੁਤ ਜ਼ਿਆਦਾ। ਜਿਸ ਤਰ੍ਹਾਂ ਸਾਈਕਲ ਚਲਾਉਣਾ ਕਿੰਨਾ ਔਖਾ ਹੈ, ਕਾਰ ਚਲਾਉਣੀ ਕਿੰਨੀ ਸੌਖੀ। ਕਾਰ ਨੇ ਤਾਂ ਕਿਤੇ ਜਾਣਾ ਨਹੀਂ ਹੈ, ਤੁਸੀਂ ਤਾਂ ਅੱਗੇ ਹੀ ਦੱਬਣਾ, ਤੁਰਨਾ ਹੀ ਹੈ, ਸੰਭਾਲਣਾ ਹੀ ਹੈ ਤੁਸੀਂ। ਲੇਕਿਨ ਸਾਈਕਲ ਦਾ ਤੁਹਾਨੂੰ ਹਰ ਵੇਲੇ ਬੈਲੈਂਸ ਬਣਾਉਣਾ ਪਏਗਾ। ਇੱਦਾਂ ਹੀ ਤੁਸੀਂ 2 ਲੱਤਾਂ 'ਤੇ ਖੜ੍ਹੇ ਹੋ ਤਾਂ ਤੁਹਾਨੂੰ ਹਰ ਵੇਲੇ ਤੁਸੀਂ ਤੁਰ ਰਹੇ ਹੋ, ਕਿਤੇ ਠੇਡਾ ਆ ਗਿਆ, ਕਿਤੇ ਨੀਵੀਂ ਆ ਗਈ ਜ਼ਮੀਨ, ਕਿਤੇ ਉੱਚੀ ਆ ਗਈ, ਤੁਸੀਂ ਤਾਂ ਫਿਰ ਤੁਹਾਨੂੰ ਹਰ ਵੇਲੇ ਬੈਲੈਂਸ ਬਣਾ ਕੇ ਰੱਖਣਾ ਪਏਗਾ। ਤਾਂ ਜੇ ਸਾਡੇ ਮਸਲ, ਸਾਡੀਆਂ ਹੱਡੀਆਂ, ਸਾਡੇ ਜੋੜ ਠੀਕ ਤਰ੍ਹਾਂ ਤੰਦਰੁਸਤ ਨਹੀਂ ਹੈਗੇ, ਸਟਰੋਂਗ ਨਹੀਂ ਹੈਗੇ, ਪਾਵਰਫੁਲ ਨਹੀਂ ਹੈਗੇ, ਲਚਕ ਨਹੀਂ ਹੈ ਜੋੜਾਂ 'ਚ, ਤਾਂ ਸਾਡੇ ਸਰੀਰ ਦੇ ਅੰਦਰ ਕੋਈ ਨਾ ਕੋਈ ਵਿਕਰਤੀ ਆਏਗੀ। ਅਤੇ ਉਹਦੇ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਕਰਨਾ। ਅਤੇ ਐਕਸਰਸਾਈਜ਼ 'ਚ ਸਭ ਤੋਂ ਵਧੀਆ ਐਕਸਰਸਾਈਜ਼ ਹੈ ਸਟਰੈਚਿੰਗ ਐਕਸਰਸਾਈਜ਼ਸ। ਸਟਰੈਚਿੰਗ ਐਕਸਰਸਾਈਜ਼ 'ਚ ਪੱਠੇ ਵੀ ਮਜ਼ਬੂਤ ਹੁੰਦੇ ਆ, ਸਾਡੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ, ਅਤੇ ਜੋੜ ਜਿਹੜੇ ਨੇ ਉਹਨਾਂ ਦੀ ਤਾਕਤ ਵੱਧਦੀ ਹੈ, ਉਹਨਾਂ ਦੀ ਲਚਕ ਵੱਧਦੀ ਹੈ, ਕਿਉਂਕਿ ਅਸੀਂ ਜੋੜ ਨੂੰ ਮੋੜ ਕੇ ਫਿਰ ਰੋਕ ਦਿੰਦੇ ਹਾਂ ਉੱਥੇ। ਹੁਣ ਜਿਹੜਾ ਵਰਜੇ ਤੁਸੀਂ, ਮੈਂ ਤਾਂ ਬਹੁਤ ਵਾਰੀ ਦੇਖਿਆ, ਜਿਹੜਾ 20 ਸਾਲ ਦਾ ਬੱਚਾ ਐਕਸਰਸਾਈਜ਼ ਨਹੀਂ ਕਰਦਾ ਅਤੇ 80 ਸਾਲ ਦਾ ਬੰਦਾ ਐਕਸਰਸਾਈਜ਼ ਕਰਦਾ ਹੈ, 80 ਸਾਲ ਦੇ ਬੰਦੇ 'ਚ ਲਚਕ ਜ਼ਿਆਦਾ ਹੋਊਗੀ 20 ਸਾਲ ਦੇ ਨਾਲੋਂ। ਈਵਨ ਮੈਂ ਵੀ ਬਹੁਤ ਵਧੀਆ ਐਕਸਰਸਾਈਜ਼ ਨਹੀਂ ਕਹਿ ਸਕਦਾ ਆਪਣੇ ਆਪ ਨੂੰ, ਲੇਕਿਨ ਮੈਂ ਜਿਹੜੇ ਐਕਸਰਸਾਈਜ਼ ਨਾ ਕਰਨ ਵਾਲਾ ਬੰਦਾ ਮੇਰੇ ਸਾਹਮਣੇ ਲਿਆਓ, ਮੇਰੇ ਹੱਥਾਂ 'ਚ ਜੋ ਲਚਕ ਹੈ ਅਤੇ ਮੇਰੇ ਪੈਰਾਂ 'ਚ ਜੋ ਲਚਕ ਹੈ, ਉਹ ਜਿਹੜਾ ਬੰਦਾ ਐਕਸਰਸਾਈਜ਼ ਨਹੀਂ ਕਰਦਾ ਉਹਦੇ ਨਹੀਂ ਹੋਊਗੀ। ਸੋ ਇਹਦਾ ਮਤਲਬ ਹੈ ਕਿ ਸਾਡੇ ਸਰੀਰ ਨੂੰ ਲਗਾਤਾਰ ਅਭਿਆਸ ਚਾਹੀਦਾ। ਸੋ ਉਹ ਅਭਿਆਸ ਜਿਹੜਾ ਅਸੀਂ ਕਰਦੇ ਨਹੀਂ ਹਾਂ, ਅਸੀਂ ਬਹੁਤ ਵਾਰੀ ਕਰਨੇ ਹਾਂ ਜਾਂ ਅੱਬਲ ਤਾਂ ਐਕਸਰਸਾਈਜ਼ ਕਰਦੇ ਨਹੀਂ ਹਾਂ। ਜੇ ਕਰ ਲੈਣੇ ਤਾਂ ਅਸੀਂ ਕਹਿੰਦੇ ਸੈਰ ਕਰ ਆਇਆ ਮੈਂ। ਸੈਰ ਵਿੱਚ ਕੀ ਕਰਦੇ ਹਾਂ, 5-7 ਜਣੇ ਇਕੱਠੇ ਹੋ ਕੇ ਜਾਂਦੇ ਹਾਂ, ਗੱਪਾਂ ਮਾਰਦੇ ਤੁਰੇ ਜਾਂਦੇ ਹਾਂ, ਅਤੇ ਫਿਰ ਗੱਪਾਂ ਮਾਰਦੇ ਵਾਪਸ ਆ ਜਾਂਦੇ ਹਾਂ। ਤਾਂ ਉਹ ਲੱਤਾਂ ਦੀ ਐਕਸਰਸਾਈਜ਼ ਮਾੜੀ ਮੋਟੀ ਹੋ ਜਾਂਦੀ ਹੈ, ਬਾਕੀ ਕੁਛ ਵੀ ਨਹੀਂ ਹੁੰਦਾ। ਤਾਂ ਇਸ ਕਰਕੇ ਅਸੀਂ 3 ਲੈਵਲ ਦੀ ਐਕਸਰਸਾਈਜ਼ ਕਰਾਉਂਦੇ ਹਾਂ। ਇੱਕ ਹੈਗੀ ਜਨਰਲ ਐਕਸਰਸਾਈਜ਼, ਯਾਨੀ ਕਿ ਤੁਰ ਲਿਆ, ਦੌੜ ਲਿਆ, ਭੱਜ ਲਿਆ, ਰੱਸੀ ਟੱਪ ਲਈ, ਸਾਈਕਲਿੰਗ ਕਰ ਲਈ, ਕੋਈ ਸਵਿਮਿੰਗ ਕਰ ਲਈ, ਉਹ ਤਾਂ ਜਨਰਲ ਐਕਸਰਸਾਈਜ਼ ਹੋ ਗਈ, ਜਿਸ 'ਚ ਜ਼ੋਰ ਲੱਗਦਾ ਅਤੇ ਸਾਹ ਚੜ੍ਹਦਾ।
ਪਸੀਨਾ ਆਉਂਦਾ, ਉਹਨੂੰ ਆਪਾਂ ਐਰੋਬਿਕ ਐਕਸਰਸਾਈਜ਼ ਕਹਿੰਦੇ ਹਾਂ ਆਮ ਟੈਕਨੀਕਲ ਭਾਸ਼ਾ 'ਚ। ਐਰੋਬਿਕ ਐਕਸਰਸਾਈਜ਼ ਜਿਹੜੀ ਉਹ ਐਕਸਰਸਾਈਜ਼ ਜਿਹਦੇ ਅੰਦਰ ਸਾਹ ਚੜ੍ਹਦਾ, ਹਾਰਟ ਬੀਟ ਤੇਜ਼ ਹੁੰਦੀ ਹੈ, ਪਸੀਨਾ ਆਉਂਦਾ। ਦੂਜੀ ਐਕਸਰਸਾਈਜ਼ ਹੁੰਦੀ ਹੈ ਸਟ੍ਰੈਚਿੰਗ ਐਕਸਰਸਾਈਜ਼। ਸਟ੍ਰੈਚਿੰਗ ਐਕਸਰਸਾਈਜ਼ ਸਾਹ ਨਹੀਂ ਚੜ੍ਹੇਗਾ, ਕੋਈ ਬਹੁਤਾ ਪਸੀਨਾ ਨਹੀਂ ਆਏਗਾ, ਲੇਕਿਨ ਸਟ੍ਰੈਚਿੰਗ ਹੁੰਦੀ ਹੈ ਬੜੀ ਕਮਾਲ ਦੀ। ਜਿਵੇਂ ਆਪਾਂ ਲੱਤਾਂ ਦੀ ਐਕਸਰਸਾਈਜ਼ ਸਟ੍ਰੈਚਿੰਗ ਕੀਤੀ ਹੈ, ਇੱਦਾਂ ਤੁਸੀਂ ਉਹ ਸਟ੍ਰੈਚਿੰਗ ਜਿਹੜੀ ਕਰਨੀ ਹਰ ਪਾਰਟ ਦੀ ਕਰਨੀ ਹੈ। ਆਪਾਂ ਸਿਰਫ ਲੱਤਾਂ ਦੀ ਕੀਤੀ ਹੈ, ਉਹ ਲੱਤਾਂ ਦੀ ਵੀ ਸਾਰੀ ਨਹੀਂ ਕੀਤੀ, ਲੱਤਾਂ ਦੀ ਬਹੁਤ ਸਾਰੀਆਂ ਹੋਰ ਐਕਸਰਸਾਈਜ਼ ਜਿਹੜੀਆਂ ਕਰਨੀਆਂ ਬਣਦੀਆਂ ਨੇ, ਕਿਉਂਕਿ ਜਿੰਨੀਆਂ ਕੀਤੀਆਂ ਆਪਾਂ ਇੰਨੀਆਂ ਹੋਰ ਨੇ ਅਜੇ, ਜਿਹਦੀ ਕਿ ਤੁਹਾਨੂੰ ਪ੍ਰੋਪਰ ਡਰੈਸਅਪ ਹੋਵੇ, ਪ੍ਰੋਪਰ ਥੱਲੇ ਆਸਣ ਲੱਗਿਆ ਹੋਵੇ ਤਾਂ ਹੁੰਦੀਆਂ ਨੇ। ਉਹ ਹੁੰਦੇ ਨਹੀਂ ਨੇ ਯੋਗਾ ਦੇ ਆਸਣ ਨੇ ਉਹ, ਤਾਂ ਇਸ ਤੋਂ ਵੀ ਜ਼ਿਆਦਾ ਨੇ ਉਹ। ਤਾਂ ਜੇ ਸਾਰੀ ਐਕਸਰਸਾਈਜ਼ ਆਪਾਂ ਸਟ੍ਰੈਚਿੰਗ ਕਰਨ ਲੱਗੇ ਤਾਂ ਇਕੱਲੀ ਸਟ੍ਰੈਚਿੰਗ ਜਿਹੜੀ ਘੰਟੇ ਤੋਂ ਉੱਪਰ ਲੈ ਜਾਂਦੀ ਹੈ। ਇਕੱਲੀ ਸਟ੍ਰੈਚਿੰਗ ਇਕੱਲੀ ਘੰਟਾ ਡੇਢ ਘੰਟਾ ਲੈ ਜਾਂਦੀ ਹੈ। ਤਾਂ ਉਹ ਬਾਹਾਂ ਦੀ ਵੀ ਕਰਨੀ ਹੈ, ਫਿਰ ਤੁਸੀਂ ਗਰਦਨ ਦੀ ਵੀ ਕਰਨੀ ਹੈ, ਫਿਰ ਤੁਸੀਂ ਰੀੜ੍ਹ ਦੀ ਵੀ ਕਰਨੀ ਹੈ, ਫਿਰ ਤੁਸੀਂ ਮੂੰਹ ਦੀ ਵੀ ਕਰਨੀ ਹੈ। ਇਵਨ ਮੂੰਹ ਦੀ ਐਕਸਰਸਾਈਜ਼ ਨਹੀਂ ਬਹੁਤ ਲੋਕ ਕਰਦੇ, ਅਸੀਂ ਇਹਨੂੰ ਫੇਸ ਯੋਗਾ ਕਹਿੰਦੇ ਹਾਂ, ਕਿ ਤੁਹਾਡਾ ਮੈਂਡੀਬਲ ਜਿਹੜਾ ਇਹਨੇ ਮੂੰਹ ਨੂੰ ਖੁੱਲ੍ਹਣਾ, ਬਹੁਤ ਲੋਕਾਂ ਦਾ ਮੂੰਹ ਬਹੁਤ ਘੱਟ ਖੁੱਲ੍ਹਣ ਲੱਗ ਜਾਂਦਾ। ਤਾਂ ਸੋ ਇਸ ਕਰਕੇ ਆਪਾਂ ਇਵਨ ਅੱਖਾਂ ਦੀ ਐਕਸਰਸਾਈਜ਼, ਚਕਸ਼ੂ ਵਿਆਮ, ਆਈ ਐਕਸਰਸਾਈਜ਼ ਆਈ ਦੇ ਅੱਖਾਂ ਦੀ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੁੰਦੀ ਅੱਖਾਂ ਦੀ। ਤਾਂ ਇਹ ਸਾਡੇ ਦਾ ਇਹ ਕੋਈ ਅੱਜ ਦੀ ਨਹੀਂ ਹੈਗੀ, ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ। ਉਹ ਹਜ਼ਾਰਾਂ ਸਾਲ ਤੋਂ ਸਾਡੀ ਰਿਸ਼ੀਆਂ ਮੁਨੀਆਂ ਨੇ ਸਿਖਾਇਆ। ਪਤੰਜਲੀ ਮਹਾਰਿਸ਼ੀ ਨੇ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਪਹਿਲਾਂ ਜਿਹੜਾ ਉਹ ਜਿਹੜਾ ਯੋਗ ਸਿਖਾਇਆ, ਸਾਰਾ ਕੁਝ ਦਰਜ ਹੈ, ਸਾਰਾ ਕੁਝ ਦਰਜ ਹੈ। ਐਡੀ ਵੱਡੀ 500 ਪੇਜ ਦੀ ਕਿਤਾਬ ਹੈ ਉਹਦੀ, ਜਿਹੜੀ ਕਿ ਅਯਨਗਰ ਦੀ ਜਿਹੜੀ ਕਲਾਸਿਕ ਹੈ, ਜਿਹਨੂੰ ਕਲਾਸਿਕ ਬੁੱਕ ਮੰਨਿਆ ਜਾਂਦਾ ਯੋਗਾ ਦੀ, ਅਯਨਗਰ ਦੀ, ਉਹਦੀ 500 ਪੇਜ ਦੀ ਕਿਤਾਬ ਹੈ। ਪਿੱਛੇ ਡੈਥ ਹੋਈ ਉਹਦੀ 100 ਸਾਲ 'ਚ। ਤਾਂ ਉਹ ਇਸ ਕਰਕੇ ਇਹ ਕੋਈ ਨਵੀਂ ਸਾਇੰਸ ਨਹੀਂ ਹੈ, ਬਹੁਤ ਪੁਰਾਤਨ ਸਾਇੰਸ ਹੈ। ਬਾਰ-ਬਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾਉਣ ਵਾਸਤੇ ਆਪਾਂ ਅੱਡ ਸ਼ਬਦਾਵਲੀ ਵਰਤਦੇ ਹਾਂ, ਅੱਡ ਤਰੀਕੇ ਲੱਭ ਲੈਂਦੇ ਹਾਂ, ਉਹਨੂੰ ਇੰਟਰਸਟਿੰਗ ਬਣਾਉਂਦੇ ਹਾਂ, ਕਰਦੇ ਹਾਂ। ਲੇਕਿਨ ਸਟ੍ਰੈਚਿੰਗ ਬੇਹੱਦ ਜ਼ਰੂਰੀ ਹੈ। ਅਤੇ ਸਟ੍ਰੈਚਿੰਗ ਨੂੰ ਜਦੋਂ ਅਸੀਂ ਜੋੜ ਲਿਆ ਮੰਤਰ ਜਾਪ, ਮੰਤਰ ਦੀ ਊਰਜਾ ਨਾਲ, ਅਤੇ ਸਟ੍ਰੈਚਿੰਗ ਦੀ ਊਰਜਾ ਨਾਲ ਮੰਤਰ ਦੀ ਊਰਜਾ ਰਲ ਕੇ ਡਬਲ ਹੋ ਗਿਆ। ਨਾਲੇ ਤਾਂ ਉਹਦਾ ਮੈਡੀਟੇਸ਼ਨ ਦਾ ਇਫੈਕਟ ਵੱਧ ਗਿਆ, ਨਾਲੇ ਐਕਸਰਸਾਈਜ਼ ਅਤੇ ਮੰਤਰਾਂ ਦਾ ਵੱਧ। ਤਾਂ ਮੰਤਰ ਜਾਪ ਦਾ ਇਫੈਕਟ ਵੀ ਵੱਧ ਗਿਆ ਅਤੇ ਸਟ੍ਰੈਚਿੰਗ ਦਾ ਇਫੈਕਟ ਵੀ ਵੱਧ ਗਿਆ। ਤਾਂ ਉਹਨਾਂ ਨੇ ਇੱਕ ਦੂਜੇ ਨੂੰ ਬੂਸਟ ਕੀਤਾ। ਜਿੱਦਾਂ ਦੋ ਬੈਲਾਂ ਦੇ ਆਪਾਂ ਦੋ ਬਲਦਾਂ ਨਾਲ ਜੋੜੀਏ ਤਾਂ ਵਧੀਆ ਤੁਰਦਾ ਗੱਡਾ, ਇੱਦਾਂ ਹੀ ਇਹ ਦੋ ਬੈਲ ਬਣ ਗਏ। ਇੱਕ ਪਾਸੇ ਤੁਸੀਂ ਸਟ੍ਰੈਚਿੰਗ ਕਰ ਰਹੇ ਹੋ, ਇੱਕ ਪਾਸੇ ਮੰਤਰ ਜਾਪ ਕਰ ਰਹੇ ਹੋ। ਮੰਤਰ ਜਾਪ ਦੀ ਮਾਈਂਡ ਦੇ ਉੱਪਰ ਇਫੈਕਟ ਵੱਧ ਗਿਆ ਅਤੇ ਸਟ੍ਰੈਚਿੰਗ ਦਾ ਮੰਤਰਾਂ ਦਾ ਇਫੈਕਟ ਵੱਧ ਗਿਆ। ਸੋ ਇਸ ਕਰਕੇ ਇੱਦਾਂ ਦੇ ਕੰਬੀਨੇਸ਼ਨ ਆਪਾਂ ਕਰ ਸਕਦੇ ਹਾਂ, ਕਿਉਂਕਿ ਲੋਕਾਂ ਦੇ ਉਹ ਇਸ ਕਰਕੇ ਕਰਦੇ, ਅਦਰਵਾਈਜ਼ ਆਮ ਨਹੀਂ ਕਰਦੇ ਸੀ ਗੱਲਾਂ। ਪਰ ਹੁਣ ਕਿਉਂਕਿ ਟਾਈਮ ਬਹੁਤ ਥੋੜ੍ਹਾ ਹੁੰਦਾ, ਅੱਧੇ ਘੰਟੇ 'ਚ ਉਹੀ ਮੰਨ ਲਓ ਆਪਣੇ ਕੋਲ ਅੱਧਾ ਘੰਟਾ ਜਾਂ ਪੌਣਾ ਘੰਟਾ, ਤਾਂ ਜੇ ਆਪਾਂ ਦੋਨੋਂ ਅੱਡ ਕਰਾਂਗੇ ਤਾਂ ਉਹਦੇ 'ਤੇ ਅਲੱਗ ਟਾਈਮ ਚਾਹੀਦਾ, ਉਹਦੇ 'ਤੇ ਅਲੱਗ ਟਾਈਮ ਚਾਹੀਦਾ। ਦੋਨੋਂ ਇਕੱਠੇ ਵੀ ਕਰ ਸਕਦੇ ਹਾਂ। ਅਤੇ ਉੱਠਣ ਸਾਰ ਕਰ ਲਓ। ਮੈਂ ਹੁਣ ਬਹੁਤ ਦਿਨਾਂ ਤੋਂ ਉੱਠਣ ਸਾਰ ਕਰ ਰਿਹਾ। ਜਾਗ ਆਈ ਤੁਹਾਨੂੰ, ਮੰਜੇ 'ਤੇ ਲੇਟੇ ਹੋ, ਬਸ ਕੁਛ ਨਹੀਂ, ਅੰਗੜਾਈ ਲਈ ਵਾਹਿਗੁਰੂ, ਬਸ ਇੱਥੋਂ ਸ਼ੁਰੂ ਹੋ ਜਾਓ ਅਤੇ ਪੂਰੀ ਉੱਥੋਂ ਲੇਟੇ ਹੀ ਆਪਣਾ ਕਰਕੇ ਫਿਰ ਹੀ ਉੱਠੋ। ਤਾਂ ਉਹ ਨਾਲੇ ਤਾਂ ਜਾਗ ਖੁੱਲ੍ਹ ਜਾਂਦੀ ਉਹਨੇ 'ਚ, ਅਤੇ ਨਾਲੇ ਆਪਣੀ ਤੁਹਾਡੀ ਐਕਸਰਸਾਈਜ਼ ਹੋ ਗਈ। ਡਾਕਟਰ ਸਾਹਿਬ, ਬਹੁਤ ਸਾਰੇ ਲੋਕਾਂ ਨੂੰ ਖੱਲੀਆਂ ਪੈਣ ਦੀ ਆਦਤ ਹੁੰਦੀ ਹੈ, ਮਤਲਬ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਮਤਲਬ ਉਹਨਾਂ ਦੀਆਂ ਨਸਾਂ ਚੜ੍ਹ ਜਾਂਦੀਆਂ ਨੇ। ਅਤੇ ਅਜਿਹੇ ਵਿੱਚ ਜਦੋਂ ਸਟ੍ਰੈਚਿੰਗ ਐਕਸਰਸਾਈਜ਼ ਕਰਦੇ ਆ ਤਾਂ ਉਦੋਂ ਬੜੀ ਤੰਗ ਕਰਦੀ ਹੈ, ਉਦੋਂ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਇਹੋ ਜਿਹੇ ਲੋਕਾਂ ਨੂੰ ਸਟ੍ਰੈਚਿੰਗ ਐਕਸਰਸਾਈਜ਼ ਜਿਹੜੀ ਉਹ ਕਿਵੇਂ ਕਰਨ? ਸਟ੍ਰੈਚਿੰਗ ਐਕਸਰਸਾਈਜ਼ ਇੱਕ ਤਾਂ ਸ਼ੁਰੂ 'ਚ ਬਹੁਤ ਜ਼ਿਆਦਾ ਸਟ੍ਰੈਚ ਨਾ ਕਰੋ, ਜਿਹੜੀ ਉਹ ਖੱਲੀ ਚੜ੍ਹਨ ਵਾਲੀ ਪ੍ਰੋਬਲਮ ਆ ਸਕਦੀ ਹੈ, ਤੁਹਾਡੀ ਗੱਲ ਸਹੀ ਹੈ। ਦੂਜੀ ਗੱਲ, ਦੋ ਰੀਜ਼ਨ ਹੋਰ ਹੁੰਦੇ ਆ ਇਹਦੇ। ਇੱਕ ਰੀਜ਼ਨ ਹੁੰਦਾ ਇਲੈਕਟ੍ਰੋਲਾਈਟ ਇੰਬੈਲੈਂਸ, ਯਾਨੀ ਕਿ ਗਰਮੀਆਂ ਦੇ ਜਦੋਂ ਪਸੀਨਾ ਜ਼ਿਆਦਾ ਆਉਂਦਾ ਤਾਂ ਸੋਡੀਅਮ ਪੋਟਾਸ਼ੀਅਮ ਇੰਬੈਲੈਂਸ ਹੋ ਜਾਂਦਾ। ਤਾਂ ਉਹ ਖਿਆਲ ਰੱਖਣਾ ਚਾਹੀਦਾ ਕਿ ਗਰਮੀਆਂ ਦੇ ਦਿਨਾਂ 'ਚ ਸਾਨੂੰ ਨਿੰਬੂ ਪਾਣੀ, ਥੋੜ੍ਹਾ ਬਹੁਤਾ ਸਿੰਦਾ ਨਮਕ ਪਾ ਕੇ ਨਿੰਬੂ ਪਾਣੀ ਪੀਂਦੇ ਰਹਿਣਾ ਚਾਹੀਦਾ, ਜਾਂ ਕੋਈ ਨਾ ਕੋਈ ਜੂਸ ਦੀ ਸ਼ਕਲ 'ਚ ਕੁਛ ਨਾ ਕੁਛ ਲੈ ਲਓ, ਜਾਂ ਨਾਰੀਅਲ ਪਾਣੀ ਲੈ ਲਓ, ਤਾਂ ਇਲੈਕਟ੍ਰੋਲਾਈਟ ਇੰਬੈਲੈਂਸ ਨਾ ਹੋਵੇ। ਇਹ ਗਰਮੀਆਂ 'ਚ ਹੁੰਦਾ ਆਮ ਤੌਰ 'ਤੇ। ਤੀਜੀ ਚੀਜ਼ ਹੈ ਵਿਟਾਮਿਨ ਈ ਡੈਫੀਸ਼ੀਐਂਸੀ। ਅਸੀਂ ਆਇਲਸ ਘੱਟ ਖਾਂਦੇ ਹਾਂ, ਕੋਈ ਇੱਦਾਂ ਦੀਆਂ ਤਾਜ਼ੀਆਂ ਸਬਜ਼ੀਆਂ ਘੱਟ ਨੇ, ਸਾਡਾ ਡਾਈਟ ਇੰਬੈਲੈਂਸ ਹੋਣ ਕਰਕੇ ਵਿਟਾਮਿਨ ਈ ਦੀ ਡੈਫੀਸ਼ੀਐਂਸੀ ਆ ਜਾਂਦੀ ਹੈ। ਸੋ ਜੇ ਅਗਰ ਖੱਲੀਆਂ ਚੜ੍ਹਨ ਦੀ ਬਹੁਤ ਜ਼ਿਆਦਾ ਸਮੱਸਿਆ ਤਾਂ ਵਿਟਾਮਿਨ ਈ ਦਿਓ, ਨਾਲ ਦੀ ਨਾਲ ਹਫ਼ਤੇ ਦੇ ਵਿੱਚ ਉਹ ਖੱਲੀਆਂ ਦਾ ਜਿਹੜੀ ਸਮੱਸਿਆ ਉਹ ਠੀਕ ਹੋ ਜਾਂਦੀ। ਹਫ਼ਤਾ ਹੀ ਲੱਗਦਾ, ਬਸ ਹਫ਼ਤਾ 10 ਦਿਨ। ਕਾਹਦੇ 'ਚੋਂ ਮਿਲੇਗੀ? ਵਿਟਾਮਿਨ ਈ ਦਾ ਸਪਲੀਮੈਂਟ ਦੇ ਤੌਰ 'ਤੇ ਕੈਪਸੂਲ ਸ਼ਕਲ 'ਚ ਹੀ ਲੈਣਾ ਪਏਗਾ। ਕੈਪਸੂਲ ਜਿਹੜਾ ਆ ਗਿਆ EVM ਦਾ ਉਹਦੇ ਵੈਜੀਟੇਬਲ ਆਇਲ, ਵੈਜੀਟੇਬਲ ਉਹਦੇ ਤੋਂ ਬਣਦਾ, ਐਕਸਟ੍ਰੈਕਟਸ ਤੋਂ। EVM ਸਿੰਥੈਟਿਕ ਹੈ, NE400 ਹੈ। NE400 ਜਿਹੜਾ ਉਹ ਨੈਚੁਰਲ ਹੈ। ਤਾਂ ਉਹ NE400 ਵੀ ਖਾ ਸਕਦੇ ਹਾਂ। ਤਾਂ ਇਹ ਇਸ ਤਰ੍ਹਾਂ ਦਾ। ਦੂਜੀ ਗੱਲ ਜਿਹੜੀ ਸਟ੍ਰੈਚਿੰਗ ਕਰਨੀ ਹੈ, ਜੇ ਸ਼ੁਰੂ ਕਰ ਰਹੇ ਹੋ ਤੁਸੀਂ ਤਾਂ ਸਟ੍ਰੈਚਿੰਗ ਸ਼ੁਰੂ 'ਚ ਬਹੁਤ ਜ਼ਿਆਦਾ ਨਾ ਕਰੋ। ਬਹੁਤ ਜ਼ਿਆਦਾ ਕਰੋਗੇ ਤਾਂ ਪੇਨਫੁਲ ਹੋਏਗੀ ਉਹ। ਸੋ ਇਸ ਕਰਕੇ ਕਦੇ ਵੀ ਕੋਈ ਵੀ ਐਕਸਰਸਾਈਜ਼ ਜਿਹੜੀ ਆਪਾਂ ਕਰਨੀ ਹੈ, ਇੱਕਦਮ ਓਵਰ ਨਾ ਕਰੋ। ਜੋਸ਼ ਨਾ ਫੜ ਜਾਓ ਇਕੱਠੇ ਹੀ। ਜੋਸ਼ ਫੜੋਗੇ ਤਾਂ ਅਗਲੇ ਖੱਲੀਆਂ ਚੜ੍ਹ ਜਾਣਗੀਆਂ ਅਤੇ ਮੁੜ ਕੇ ਫਿਰ ਉਹ ਡਿਮੋਰਲਾਈਜ਼ ਹੋ ਜਾਓਗੇ। ਸੋ ਬਾਡੀ ਨੂੰ ਹੌਲੀ ਬਾਡੀ ਟ੍ਰੇਨਡ ਕਰਨਾ
ਤੇ ਮਹੀਨਾ ਕੁ ਲੱਗ ਜਾਂਦਾ। ਜੇ ਨਵਾਂ ਬੰਦਾ ਐਕਸਰਸਾਈਜ਼ ਕਰਨ ਲੱਗੇ ਤਾਂ ਫੁੱਲੀ ਐਕਸਰਸਾਈਜ਼ ਕਰਨੀ ਹੋਵੇ ਤਾਂ ਤਕਰੀਬਨ ਮਹੀਨਾ ਲੱਗ ਜਾਂਦਾ ਬੰਦੇ ਨੂੰ ਫੁੱਲੀ ਟ੍ਰੇਨਡ ਹੋਣ 'ਚ। ਤੇ ਇਸ ਕਰਕੇ ਜਦੋਂ ਵੀ ਬਾਡੀ ਨੂੰ ਨਵਾਂ ਐਕਸਰਸਾਈਜ਼ ਕਰਨੀ ਸ਼ੁਰੂ ਕਰਨੀ ਹੈ ਤਾਂ ਗ੍ਰੈਜੂਅਲੀ ਆਦਤ ਪਾਉਣੀ ਹੈ। ਡਾਕਟਰ ਸਾਹਿਬ ਹੁਣ ਜਾਂਦੇ ਜਾਂਦੇ ਕਿਹਨਾਂ ਲੋਕਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਤੇ ਕਿਹਨਾਂ ਨੂੰ ਨਹੀਂ ਕਰਨੀ ਚਾਹੀਦੀ? ਦੇਖੋ, ਨਾ ਕਰਨ ਵਾਲੇ ਤਾਂ ਕੋਈ ਸਵਾਲ ਹੀ ਨਹੀਂ ਹੈ, ਕਿਉਂਕਿ ਅੱਜ ਦਾ ਯੁੱਗ ਇਹ ਆ ਗਿਆ। ਅੱਜ ਐਕਸਰਸਾਈਜ਼ ਇੱਕ ਬਹੁਤ ਵੱਡਾ ਸਮੁੰਦਰ ਬਣ ਗਿਆ ਹੋਇਆ। ਮਾਫ ਕਰਨਾ, ਰੋਕ ਰਿਹਾ, ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਵੀ ਨੇ ਜਿਹਦੇ ਵਿੱਚ ਲੋਕਾਂ ਨੂੰ ਮਨਾ ਕੀਤਾ ਜਾਂਦਾ ਵੀ ਤੁਸੀਂ ਆਹ ਨਾ ਕਰਿਓ। ਮੈਂ ਇਹਦੀ ਗੱਲ ਨਹੀਂ, ਉਹ ਪਰਟੀਕੂਲਰ ਐਕਸਰਸਾਈਜ਼ ਹੋਣਗੀਆਂ, ਲੇਕਿਨ ਉਹਨਾਂ ਵਾਸਤੇ ਡਿਫਰੈਂਟ ਐਕਸਰਸਾਈਜ਼ ਹੋਣਗੀਆਂ। ਹਰ ਬੰਦੇ ਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ, ਹਰ ਬੰਦੇ ਨੂੰ, ਚਾਹੇ ਉਹ ਡੈਥ ਬੈੱਡ 'ਤੇ ਪਿਆ ਤਾਂ ਵੀ ਜ਼ਰੂਰੀ ਹੈ। ਕਿਉਂ? ਇਹ 'ਚ ਬੜੀ ਇੱਕ ਤਾਂ ਫਿਜ਼ੀਕਲ ਰੀਜ਼ਨ ਹੈ ਕਿ ਸਾਡੇ ਜਿਹੜੇ ਪੱਠੇ ਨੇ ਜਦੋਂ ਚੱਲਦੇ ਆ, ਪੱਠੇ ਕੰਮ ਕਰਦੇ ਆ ਤਾਂ ਬਲੱਡ ਦੀ ਸਰਕੂਲੇਸ਼ਨ ਤੇਜ਼ ਹੁੰਦੀ ਹੈ ਤੇ ਬਲੱਡ ਦੇ ਸਿਰ ਤੇ ਸਾਰਾ ਦਾਰੋ ਮਦਾਰਾ ਸਰੀਰ ਨੇ ਖੂਨ ਦੇ ਸਿਰ ਤੇ ਚੱਲਣਾ, ਖੂਨ 'ਚੋਂ ਸਭ ਕੁਝ ਲੈਣਾ, ਖੂਨ ਨੂੰ ਹੀ ਆਪਣੇ ਵੇਸਟ ਪ੍ਰੋਡਕਟ ਦੇਣੇ ਆ। ਜਿੰਨੀ ਖੂਨ ਦੀ ਸਰਕੂਲੇਸ਼ਨ ਚੰਗੀ ਹੋਗੀ, ਇੱਕ ਲਿੰਫੈਟਿਕਸ ਨੇ, ਲਿੰਫੈਟਿਕਸ ਵੀ ਮਸਲ ਦੀ ਮੂਵਮੈਂਟ ਦੇ ਸਿਰ ਤੇ ਚੱਲਦੇ ਆ। ਜਿਹੜਾ ਤੁਹਾਡਾ ਵੀਨਸ ਫਲੋ ਹੈ, ਜਿਹੜੀ ਬਲੱਡ ਵਾਪਸ ਜਾਣਾ ਹਾਰਟ ਨੂੰ, ਉਹ ਵੀ ਪੱਠਿਆਂ ਦੇ ਸਿਰ ਤੇ ਹੈ ਤੇ ਉਸ ਤੋਂ ਵੀ ਅੱਗੇ ਹੁੰਦਾ ਉਹਨੂੰ ਕਹਿੰਦੇ ਲਿੰਫੈਟਿਕਸ ਡਰੇਨੇਜ, ਉਹ ਹੁੰਦੀ ਪੱਠਿਆਂ ਦੀ ਮੂਵਮੈਂਟ ਦੇ ਸਿਰ ਤੇ ਹੈ। ਜੇ ਥੋੜ੍ਹੇ ਲਿੰਫ ਦਾ ਸਟੈਗਨੇਸ਼ਨ ਹੋ ਗਈ ਤਾਂ ਤੁਹਾਡਾ ਸਾਰਾ ਕੁਝ ਸਲੋ ਹੋ ਜਾਏਗਾ, ਹਰ ਚੀਜ਼ ਸਲੋ ਹੋ ਜਾਏਗੀ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ, ਇਹਦੇ ਅੰਦਰ ਇੱਕ ਬਹੁਤ ਡੀਪ ਰੀਜ਼ਨ ਹੈ ਕਿ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਅਸੀਂ ਪ੍ਰਮਾਤਮਾ ਤੋਂ ਮੰਗਦੇ ਹਾਂ ਵੀ ਮੈਨੂੰ ਊਰਜਾ ਦੇ। ਮੈਂ ਤਾਂ ਬੜੇ ਮਰੀਜ਼ਾਂ ਨੂੰ ਕਹਿੰਦਾ ਹੁੰਦਾ, ਜਿਹੜੇ ਨਾ ਕਈ ਬੰਦੇ ਬੇਨਾ ਮਤਲਬ ਬੈੱਡ 'ਤੇ ਪੈ ਰਹਿੰਦੇ ਆ, ਮੈਂ ਕਹਿੰਦਾ ਜੇ ਤੁਸੀਂ ਪ੍ਰਮਾਤਮਾ ਨੂੰ ਇਹ ਮੈਸੇਜ ਚਲਾ ਗਿਆ ਨਾ ਵੀ ਇਹ ਬੰਦਾ ਸੌਂਦਾ ਬਹੁਤ, ਇਹਨੂੰ ਲੋੜ ਬਹੁਤ ਹੈ, ਤਾਂ ਉਹ ਕਹੂਗਾ ਪਰਮਾਨੈਂਟਲੀ ਸੌਂ ਜਾ ਤੂੰ, ਕਿਉਂਕਿ ਮੈਸੇਜ ਨਹੀਂ ਜਾ ਰਿਹਾ ਕਿ ਤੈਨੂੰ ਚਾਹੀਦੀ ਹੈ ਊਰਜਾ। ਮੈਸੇਜ ਦਿਓ, ਮੰਗੋ ਕੁਦਰਤ ਤੋਂ, ਪਰਮਾਤਮਾ ਤੋਂ। ਜੇ ਮੰਗੋਗੇ ਤਾਂ ਹੀ ਮਿਲੇਗਾ, ਨਹੀਂ ਤਾਂ ਨਹੀਂ ਮਿਲਣਾ। ਉਹ ਪੰਜਾਬੀ 'ਚ ਮੁਹਾਵਰਾ ਨਹੀਂ ਤਾਂ ਮਾਂ ਮੰਗੇ ਬਿਨਾਂ ਮਾਂ ਦੁੱਧ ਨਹੀਂ ਦਿੰਦੀ, ਉਹ ਪਰਮਾਤਮਾ ਅੱਗੇ ਵੀ ਇਹੀ ਹੈ। ਇਹ ਪਰਮਾਤਮਾ ਹੀ ਇਕੱਲਾ ਨਹੀਂ, ਜੇ ਤੁਹਾਨੂੰ ਕੁਝ ਚਾਹੀਦਾ ਤਾਂ ਜ਼ੋਰ ਦੀ ਮੰਗੋ, ਆਪਣੇ ਦੋਸਤਾਂ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਸਮਾਜ ਤੋਂ, ਆਪਣੇ ਬੌਸ ਤੋਂ, ਕਿ ਮੇਰੀ ਆਹ ਲੋੜ ਹੈ, ਮੈਨੂੰ ਮਦਦ ਚਾਹੀਦੀ ਹੈ। ਅਸੀਂ ਬਹੁਤ ਵਾਰੀ ਮੰਗਦੇ ਹੀ ਨਹੀਂ ਹਾਂ, ਤੇ ਕੁਦਰਤ ਤੋਂ ਤੇ ਪਰਮਾਤਮਾ ਤੋਂ ਵੀ ਮੈਂ ਤਾਂ ਜਿਉਣਾ ਹੈ ਜੇ, ਮੈਂ ਤਾਂ ਅਜੇ ਇੰਨੇ ਸਾਲ ਹੋਰ ਜਿਉਣਾ ਚਾਹੁੰਦਾ, ਮੇਰੀ ਆਹ ਜ਼ਿੰਮੇਵਾਰੀਆਂ ਨੇ, ਮੇਰੀ ਉਹ ਹੈ, ਮੈਂ ਆਹ ਕੰਮ ਕਰਨਾ ਹੈ, ਤੇ ਮੈਂ ਨਹੀਂ ਮਰਨਾ, ਮੈਂ ਤਾਂ ਉਹਦਾ ਨਹੀਂ ਮਰਨਾ। ਤਾਂ ਫਿਰ ਜਿਉਂਦੇ ਬੰਦਿਆਂ ਵਾਲੀ ਹਰਕਤ ਕਰੋ। ਜਿਉਂਦਾ ਬੰਦਾ ਕੀ ਹੈ? ਮਤਲਬ ਐਕਟਿਵ ਰਹੋ, ਕੰਮ ਕਰੋ, ਆਪਣੇ ਲਈ ਕੰਮ ਕਰੋ, ਆਪਣਾ ਬਾਡੀ ਨੂੰ ਨਹਾਓ ਧੋਓ, ਸਵਾਰੋ, ਆਪਣੇ ਆਪ ਨੂੰ ਸਵਾਰੋ। ਪਰਮਾਤਮਾ ਦਾ ਮੰਦਿਰ ਹੈ, ਗੁਰਦੁਆਰਾ ਹੈ, ਪਰਮਾਤਮਾ ਵੱਸਦਾ ਇਹਦੇ 'ਚ, ਅਤੇ ਤੁਸੀਂ ਉਹਨੂੰ ਤੁਸੀਂ ਕਰਕੇ ਵਿਹਲੜ ਕਰਕੇ ਅਤੇ ਤੁਸੀਂ ਉਹਨੂੰ ਖਰਾਬ ਕਰ ਰਹੇ ਹੋ, ਅਤੇ ਇਹ ਤਾਂ ਪਾਪ ਹੋ ਗਿਆ ਨਾ। ਤਾਂ ਇਸ ਕਰਕੇ ਆਪਣੇ ਆਪ ਨੂੰ ਸਵਾਰੋ, ਆਪਣੇ ਪਰਿਵਾਰ ਦੇ ਅੰਦਰ ਆਪਣੇ ਕਿਸੇ ਦੇ ਕੰਮ ਆਓ, ਆਪਣੇ ਆਸੇ ਪਾਸੇ ਦੋਸਤ ਦੇ ਕਿਸੇ ਕੰਮ ਆਓ, ਕਿਸੇ ਮਹੱਲੇ ਦੇ ਕੰਮ ਆਓ, ਤਾਂ ਪਤਾ ਲੱਗੇ ਵੀ ਤੁਹਾਨੂੰ ਜ਼ਿੰਦਗੀ ਚਾਹੀਦੀ ਹੈ। ਤਾਂ ਜਿਉਂਦੇ ਹੋਣ ਦਾ ਪ੍ਰਤੱਖ ਪ੍ਰਮਾਣ ਤਾਂ ਦਿਓ ਨਾ। ਅਤੇ ਜਿੰਨਾ ਪ੍ਰਮਾਣ ਦਿਓਗੇ, ਜਿੰਨਾ ਸੇਵਾ ਕਰੋਗੇ, ਜਿੰਨਾ ਲੋਕਾਂ ਦੇ ਕੰਮ ਆਓਗੇ, ਜਿੰਨਾ ਪਰਿਵਾਰ ਦੇ ਕੰਮ ਆਓਗੇ, ਉਹਨਾਂ ਕੁਝ ਮਿਲੇਗਾ। ਅਤੇ ਇੱਕ ਸਪਿਰਿਚੁਅਲ ਰੀਜ਼ਨ ਵੀ ਉਹਦੇ ਪਿੱਛੇ। ਅਤੇ ਇਸ ਕਰਕੇ ਕਦੇ ਵੀ ਇਹ ਨਹੀਂ ਸੋਚਣਾ ਕਿ ਜੇ ਮੈਂ ਮੰਜੇ 'ਤੇ ਪੈ ਗਿਆ ਤਾਂ ਹੁਣ ਮੈਂ ਹਿੱਲਣਾ ਹੀ ਨਹੀਂ ਹੈ, ਸਾਰਾ ਦਿਨ ਪਿਆ ਹੀ ਰਹਿਣਾ। ਜਿਹੜਾ ਪਾਰਟ ਥੋੜ੍ਹਾ ਲੱਤ ਟੁੱਟ ਗਈ ਹੈ ਤਾਂ ਕੋਈ ਗੱਲ ਨਹੀਂ, ਲੱਤ ਨੂੰ ਨਹੀਂ ਲਾਉਣਾ ਨਾ, ਬਾਕੀ ਤਾਂ ਹਿੱਲਦਾ ਸਾਰਾ ਕੁਝ, ਬਾਕੀ ਸਾਰਾ ਕੁਝ ਲਾਓ। ਬਾਹਾਂ ਦੀ ਵਰਜਿਸ਼ ਕਰੋ, ਦੂਜੀ ਲੱਤ ਦੀ ਵਰਜਿਸ਼ ਕਰੋ, ਗਰਦਨ ਦੀ ਕਰੋ, ਰੀੜ੍ਹ ਦੀ ਹੱਡੀ ਦੀ, ਜੋ ਮਿਲ ਸਕਦਾ ਉਹਨੂੰ ਹਿਲਾਓ। ਇਸ ਤਰ੍ਹਾਂ ਵਿਚਾਰਾਂ ਦੇ ਮਾਮਲੇ 'ਚ ਚੜ੍ਹਦੀ ਕਲਾ 'ਚ ਰਹੋ, ਮੈਡੀਟੇਸ਼ਨ ਕਰੋ, ਪਰਮਾਤਮਾ ਨਾਲ ਜੁੜ ਕੇ ਰਹੋ, ਪਰਿਵਾਰ ਨਾਲ ਜੁੜ ਕੇ ਰਹੋ, ਦੋਸਤਾਂ ਨਾਲ ਜੁੜ ਕੇ ਰਹੋ, ਉਹ ਚੜ੍ਹਦੀ ਕਲਾ ਦੇ। ਤਾਂ ਮਾਨਸਿਕ ਤੌਰ 'ਤੇ ਵੀ ਅਤੇ ਫਿਜ਼ੀਕਲ ਤੌਰ 'ਤੇ ਵੀ ਐਕਟਿਵ ਰਹੋ। ਜਿੰਨੇ ਐਕਟਿਵ ਰਹਾਂਗੇ ਉਨੀ ਡਿਜ਼ੀਜ਼ ਜਲਦੀ ਠੀਕ ਹੋਏਗੀ। ਜਿੰਨੇ ਸੁਸਤ ਹੋ ਜਾਵਾਂਗੇ, ਜਿੰਨੇ ਛੱਡ ਦਾਂਗੇ, ਹਥਿਆਰ ਛੱਡ ਦਾਂਗੇ ਅਤੇ ਢਹਿੰਦੀ ਕਲਾ ਚਲਾ ਜਾਵਾਂਗੇ, ਉਨੇ ਹੀ ਉਹ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ ਵੀ ਇਹ ਬੰਦਾ ਤਾਂ ਮਰਨ ਲਈ ਤਿਆਰ ਬੈਠਾ। ਇਹਦੇ 'ਚ ਕੋਈ ਇੱਛਾ ਸ਼ਕਤੀ ਹੈ ਨਹੀਂ। ਇਹ ਬਹੁਤ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਕਿਹਾ ਕਿ ਜੇ ਤੁਹਾਡੇ ਅੰਦਰ ਜਿੰਨੀ ਜੀਵਨ ਤੁਹਾਡਾ ਉਨਾ ਲੰਬਾ ਹੁੰਦਾ ਜਿੰਨੀ ਤੁਹਾਡੇ ਅੰਦਰ ਜੀਣ ਦੀ ਇੱਛਾ ਹੁੰਦੀ ਹੈ। ਜੇ ਜੀਣ ਦੀ ਇੱਛਾ ਬਹੁਤ ਸਟਰੋਂਗ ਰੱਖੋ, ਜਲਦੀ ਮੌਤ ਨਹੀਂ ਆਉਂਦੀ ਤੁਹਾਡੇ ਨੇੜੇ। ਅਤੇ ਜੀਣ ਦੀ ਇੱਛਾ ਤੁਸੀਂ ਛੱਡਤੀ ਤਾਂ ਮੌਤ ਭੱਜੀ ਤੁਰੀ ਆਏਗੀ ਵੀ ਇਹ ਤਾਂ ਤਿਆਰ ਹੈ ਬੰਦਾ, ਵੀ ਚਲੋ ਲੈ ਚਲੋ ਇਹਨੂੰ। ਸੋ ਇਸ ਕਰਕੇ ਜਿਹੜਾ ਸਾਰਾ ਕੁਛ ਹੈ, ਫਿਜ਼ੀਕਲ ਐਕਟੀਵਿਟੀ ਵੀ, ਮੈਂਟਲ ਐਕਟੀਵਿਟੀ ਵੀ, ਅਤੇ ਸੋਸ਼ਲ ਜਿਹੜੀ ਤੁਹਾਡੀ ਇੰਟਰੈਕਸ਼ਨ ਹੈ, ਸੋਸ਼ਲ ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਚਾਹੇ ਤੁਹਾਡੇ ਪਰਿਵਾਰ ਪ੍ਰਤੀ ਨੇ, ਚਾਹੇ ਆਪਣੇ ਪ੍ਰਤੀ ਨੇ, ਚਾਹੇ ਪਤਨੀ ਪ੍ਰਤੀ ਨੇ, ਚਾਹੇ ਕੁਦਰਤ ਪ੍ਰਤੀ ਨੇ, ਚਾਹੇ ਧਰਤੀ ਮਾਂ ਪ੍ਰਤੀ ਨੇ। ਧਰਤੀ ਮਾਂ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਜੇ ਮੈਨੂੰ 72 ਸਾਲ ਤੋਂ ਕੁਦਰਤ ਆਪਣੀ ਗੋਦ 'ਚ ਬਿਠਾ ਕੇ ਬੱਚੇ ਵਾਂਗੂ ਪਾਲ ਰਹੀ ਹੈ, ਅਤੇ ਕਿ ਮੇਰੀ ਜ਼ਿੰਮੇਵਾਰੀ ਨਹੀਂ ਕਿ ਮੈਂ ਉਹਨੂੰ ਕੁਛ ਮੋੜਾਂ। ਉਹਦੇ ਹੋਰ ਬੱਚੇ ਨੇ,
ਉਹ ਇੰਨੇ ਦੁਖੀ ਨੇ ਕਿ ਮੇਰੇ ਸਾਹਮਣੇ ਰੋਜ਼ ਆਉਂਦੇ ਆ। ਮੇਰੇ ਸਾਹਮਣੇ ਤਾਂ ਉਹ ਕੁਦਰਤ ਦੇ ਬੱਚੇ ਦੇ ਤੌਰ 'ਤੇ ਆਉਂਦੇ ਆ ਨਾ, ਮੇਰੇ ਸਾਹਮਣੇ ਤਾਂ ਕੋਈ ਵਿਅਕਤੀ ਦਾ ਗੱਲ ਹੀ ਨਹੀਂ ਕਿ ਮੈਨੂੰ ਜਾਣਦਾ ਨਹੀਂ ਜਾਣਦਾ, ਲੇਕਿਨ ਉਹ ਇਨਸਾਨ ਹੈ, ਉਹ ਇਸ ਕੁਦਰਤ ਮਾਂ ਦਾ ਬੱਚਾ ਹੈ ਅਤੇ ਕੁਦਰਤ ਮਾਂ ਨੇ ਮੈਨੂੰ ਵੀ ਪਾਲਿਆ। ਮੇਰੀ ਮਾਂ ਅਤੇ ਉਹਦੀ ਮਾਂ ਸਾਂਝੀ ਹੈ ਅਤੇ ਇਹਦਾ ਮੇਰਾ ਕੀ ਲੱਗਿਆ। ਤਾਂ ਇਸ ਕਰਕੇ ਇਹ ਜਿਹੜੀ ਵੀਨੈਸ ਹੈ ਨਾ, ਇਹ ਵੀਨੈਸ ਕਿਤੇ ਮੈਂ ਸਮਝਦਾ ਕਿ ਆਈਨੈਸ ਅਤੇ ਵੀਨੈਸ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਇਕੱਲੀ ਇੱਕੋ ਇਹਦੇ 'ਤੇ ਫੋਕਸ ਕਰਕੇ ਬਣਾਈਏ। ਇਹ ਇਕੱਲਾ ਹੀ ਗੱਲ ਜੇ ਸਾਨੂੰ ਸਮਝ ਆ ਜਾਏ ਕਿ ਮੈਂ ਕੀ ਹਾਂ ਅਤੇ ਮੇਰੀ ਕੋਈ ਇਕੱਲੇ ਦੀ ਔਕਾਤ ਨਹੀਂ ਹੈ, ਮੈਂ ਵੀਨੈਸ 'ਚ ਹਾਂ। ਉਹ ਜਿਹੜੀ ਵੀਨੈਸ ਅਤੇ ਮੈਨੈਸ ਦੀ ਅੱਜ ਦਾ ਮਨੁੱਖ ਜੇ ਇਹ ਸਮਝ ਜਾਵੇ ਕਿ ਆਈਨੈਸ ਕੁਛ ਨਹੀਂ ਹੁੰਦੀ, ਵੀਨੈਸ ਹੁੰਦਾ, ਤਾਂ ਉਹ ਵੀਨੈਸ ਜਿਹੜੀ ਹੈ ਉਹ ਤੁਹਾਨੂੰ ਫਿਰ ਜਿਉਂਦਾ ਰੱਖਦੀ ਹੈ। ਫਿਰ ਤੁਸੀਂ ਕਨੈਕਟ ਹੁੰਦੇ ਹੋ, ਤੁਸੀਂ ਆਪਣੇ ਇਮੀਡੀਏਟ ਫੈਮਿਲੀ ਤੋਂ ਲੈ ਕੇ ਫਿਰ ਪਰਮਾਤਮਾ ਤੱਕ ਕਨੈਕਟਡ ਹੁੰਦੇ ਹੋ, ਉਸ ਵੀਨੈਸ 'ਚ ਬੱਝੇ ਹੁੰਦੇ ਹੋ, ਅਤੇ ਉਹ ਵੀਨੈਸ ਫਿਰ ਤੁਹਾਨੂੰ ਸਭ ਕੁਝ ਦਿੰਦੀ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਔਰ ਪੂਰਾ ਡੈਮੋ ਕਰਕੇ ਦਿਖਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਵਾਹਿਗੁਰੂ ਨਾਮ ਦਾ ਜਾਪ ਔਰ ਕਸਰਤ, ਦੋ ਚੀਜ਼ਾਂ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ। ਮੰਤਰ ਜਾਪ ਔਰ ਕਸਰਤ ਐਕਸਰਸਾਈਜ਼ ਕਦੇ ਵੀ ਨਹੀਂ ਵੇਖੀਆਂ ਹੋਣਗੀਆਂ। ਔਰ ਸਰੀਰ ਨੂੰ ਤੰਦਰੁਸਤ ਕਰਨ ਦਾ ਇਸ ਤੋਂ ਵਧੀਆ ਤਰੀਕਾ ਸ਼ਾਇਦ ਪਹਿਲੇ ਕਦੇ ਨਹੀਂ ਸੁਣਿਆ ਹੋਵੇਗਾ, ਨਾ ਦੇਖਿਆ ਹੋਵੇਗਾ। ਕਿਉਂਕਿ ਹਸਪਤਾਲਾਂ 'ਚ ਜਾਂਦੇ ਹੋ, ਡਾਕਟਰਾਂ ਕੋਲ ਜਾਂਦੇ ਹੋ, ਦਵਾਈਆਂ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੁੰਦੀ। ਜ਼ਿਆਦਾ ਤੋਂ ਜ਼ਿਆਦਾ ਕੋਈ ਤੁਹਾਨੂੰ 4 ਗੱਲਾਂ ਕਰ ਲਏਗਾ, ਤੁਹਾਡਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕਰੇਗਾ, ਲੇਕਿਨ ਕੋਈ ਡਾਕਟਰ ਇਸ ਤਰੀਕੇ ਦੇ ਨਾਲ ਐਕਸਰਸਾਈਜ਼ ਕਰਕੇ ਰੱਬ ਦਾ ਨਾਮ ਲੈਂਦੇ ਹੋਏ ਹੀਲਿੰਗ ਦਾ ਪ੍ਰੋਸੈਸ ਦੱਸੇ, ਮੈਂ ਨਹੀਂ ਦੇਖਿਆ ਆਪਣੀ ਜ਼ਿੰਦਗੀ ਵਿੱਚ। ਡਾਕਟਰ ਅਮਰ ਸਿੰਘ ਆਜ਼ਾਦ ਨੇ ਅੱਜ ਸਾਰਾ ਪ੍ਰੋਸੈਸ ਬਿਨਾਂ ਦਵਾਈ ਤੋਂ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਇਸ ਚੀਜ਼ ਤੋਂ ਵੀ ਮੈਨੂੰ ਕੀ ਇਸ ਨਾਲ ਲਾਭ ਹੈਗਾ, ਇੱਕ ਪਬਲਿਕ ਦੀ ਸੇਵਾ ਵਾਸਤੇ ਅੱਜ ਇਹ ਸਾਰਾ ਡੈਮੋ ਕਰਕੇ ਵਿਖਾਇਆ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤੇ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਮਾਜ ਜਿਸ ਭਾਵਨਾ ਦੇ ਨਾਲ ਡਾਕਟਰ ਅਮਰ ਸਿੰਘ ਆਜ਼ਾਦ ਨੇ ਅੱਜ ਡੈਮੋ ਕਰਕੇ ਵਿਖਾਇਆ, ਉਸੇ ਭਾਵਨਾ ਨਾਲ ਤੁਸੀਂ ਵੀ ਜੇਕਰ ਅੱਗੇ ਇਸ ਨੂੰ ਫੈਲਾਓ ਵੀਡੀਓ ਨੂੰ, ਤਾਂ ਜਿਹੜੇ ਲੋਕ ਘਰਾਂ 'ਚ ਬੈਠੇ ਦੁਖੀ ਨੇ, ਮਾਨਸਿਕ ਰੋਗਾਂ ਤੋਂ ਪਰੇਸ਼ਾਨ ਨੇ, ਸਰੀਰ ਤੋਂ ਪਰੇਸ਼ਾਨ ਨੇ, ਜੇ ਉਹ ਤੰਦਰੁਸਤ ਹੁੰਦੇ ਨੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।